रस बाग, रंग रूप रस बाग, के करे प्राण, के करे प्राण। रंग रूप रस बाग, रंग रूप रस बाग, के करे प्राण, के करे प्राण। जिस भुलाए आपे, जिस भुलाए आपे, रंग रूप रस बाग, रंग रूप रस बाग, जिस भुलाए आपे, जिस भुलाए आपे, तिस काल नहीं जाना, तिस काल नहीं जाना। देखा सब संसार, देखा सब संसार, ये सुख नाना, ये सुख नाना। जीवन रंग रत्ते, रंग रत्ते निर्वाण, रंग रत्ते निर्वाण, रंग रत्ते निर्वाण, रंग रत्ते निर्वाण। सच्चा गावई, सच्चा गावई, नानक सरणे दुआरे, नानक सरणे दुआरे, जे तुध पाई, जे तुध पाई। देखा सब संसार, सुख नाना, ये सुख नाना। धन धन होसी छाय, धन धन होसी छाय, जाने तोरे धन, जाने तोरे धन। ਐਸ ਤੁਕਾਂ ਤੇ ਲਿਆ ਕੇ ਮਹੱਲੇ ਪੰਜਵੇਂ ਨਾਲ ਰਹਾਉ ਲਾਇਆ ਔਰ ਅਸੀਂ ਰਹਾਉ ਨੂੰ ਅਸਥਾਈ ਬਣਾਇਆ। ਅਸਥਾਈ ਉਹ ਤੁਕ ਹੁੰਦੀ ਹੈ ਥੱਲੇ ਦੇ ਸੁਰਾਂ ਤੇ ਜਿਹੜੀ ਕਿ ਬਾਰ-ਬਾਰ ਦੁਹਰਾਈ ਜਾਂਦੀ ਹੈ। ਉਤਲਾ ਅੰਤਰਾ ਹੁੰਦਾ ਪਾਂ ਦਾ, ਇਸ ਕਰਕੇ ਜਿਹੜੀ ਤੁਕ ਬਾਰ-ਬਾਰ ਦੁਹਰਾਈ ਜਾਏ, ਅਸਥਾਈ ਹਮੇਸ਼ਾ ਰਹਾਉ ਨੂੰ ਬਣਾਉਣਾ ਚਾਹੀਦਾ। ਉਹ ਕੀ ਰਿਹਾ ਹੈ? ਸ਼ਬਦ ਦਾ ਗਿਆਨ ਨਹੀਂ ਹੈ ਤੇ ਅਸੀਂ ਸ਼ਬਦ ਦੇ ਭਾਵਾਂ ਦੇ ਦੇਸ਼ 'ਚ ਨਹੀਂ ਖੇਡ ਸਕਾਂਗੇ, ਜਿਸ ਲਈ ਸ਼ਬਦ ਰਹਾਉ ਨਹੀਂ ਲਿਖਿਆ ਹੁੰਦਾ। ਜੋ ਰਹਾਉ 'ਚ ਗੱਲ ਕਹਿਣੀ ਹੈ ਉਹਦਾ ਵਿਸਥਾਰ ਹੀ ਸਾਰੇ ਸ਼ਬਦ 'ਚ ਹੈ। ਜੇ ਰਹਾਉ ਸਮਝ ਗਏ ਸਾਰਾ ਸ਼ਬਦ ਸਮਝ ਗਏ। ਤੋ ਰਹਾਉ ਨਾ ਬਣਾਉਂਦੇ ਹੋਏ ਨਾ ਰਹਾਉ ਬੋਲਦਾ ਕੋਈ, ਰਹਾਉ ਬੋਲਣਾ ਚਾਹੀਦਾ। ਸਰੋਤੇ ਨੂੰ ਪਤਾ ਲੱਗੇ ਵੀ ਇੱਥੇ ਆਣ ਕੇ ਸੈਂਟਰਲ ਆਈਡੀਆ ਹੈ। ਸਾਰਾ ਸ਼ਬਦ ਇਹਦੇ ਲਈ ਲਿਖਿਆ ਗਿਆ। ਉਹ ਕਾਹਦੇ ਲਈ ਲਿਖਿਆ ਹੈ? ਦੇਖਾ ਸਭ ਸੰਸਾਰ, ਜੇ ਸੁਖ ਨਾਨਾ। ਇੱਥੇ ਸੁੱਖ ਦੀ ਚੀਜ਼ ਸਮਝਾ ਰਹੇ ਨੇ ਮਹਾਰਾਜ। ਲੇਕਿਨ ਨਾ
ਰਹਾਉ ਬਣਾਉਂਦੇ ਹੋਏ ਅਸੀਂ ਸੰਗਤ ਨੂੰ ਖੁਸ਼ ਕਰਨ ਲਈ ਅਸੀਂ ਰਹਾਉ ਬਣਾ ਲੈਂਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾ ਰੱਖੇ। ਔਰ ਉਹਦੀ ਕਦੀ ਅਗਲੀ ਤੁਕ ਨਹੀਂ ਦੱਸਦੇ ਵੀ ਅਗਲੀ ਤੁਹਾਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਕਾਹਦੇ 'ਚ ਮਿਲਣੀਆਂ। ਨਿਮਖ ਏਕ ਹਰ ਨਾਮ ਦੇ ਮੇਰਾ ਮੰਤਰ, ਉਹ ਨਾਮ ਦੀ ਮਹਿਮਾ ਦੱਸੀ ਉੱਥੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਨਹੀਂ ਦੇਣੀਆਂ। ਅਗਲੀ ਤੁਕ ਔਰ ਰਹਾਉ ਦੀ ਤੁਕ ਬਿਲਕੁਲ ਹੀ ਇਹਨਾਂ ਦੇ ਉਲਟ ਹੈ ਕਿ ਬੰਦਿਆਂ ਤੂੰ ਮਾਇਆ 'ਚ ਫਸੇ ਆ, ਤੇ ਅਸੀਂ ਉਹਨਾਂ ਨੂੰ ਇਹ ਉਪਦੇਸ਼ ਦੇ ਰਹੇ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ। ਉਹ ਇਸ ਗਿਆਨ ਦੇ ਵਿੱਚੋਂ ਰਹਾਉ ਫੜੋ। ਰਹਾਉ ਕਿੱਥੇ ਹੈ? ਉਹ ਬਿਲਕੁਲ ਉਸ ਤੁਕ ਦੇ ਉਲਟ ਹੈ ਜਿਹੜਾ ਸਾਰੀ ਸਿੱਖੀ ਨੂੰ ਸੁਣਿਆ ਜਾ ਰਿਹਾ। ਇਸ ਕਰਕੇ ਜਿਹੜੀਆਂ ਮੋਟੀਆਂ ਮੋਟੀਆਂ ਭੁੱਲਾਂ ਤਾਂ ਹੋ ਰਹੀਆਂ, ਗਿਆਨ ਨਹੀਂ ਹੈ ਕਿਸੇ ਨੂੰ। ਬਾਣੀ ਨਾਲ ਸਾਰੇ ਪਿਆਰ ਨਾਲ ਸਤਿਕਾਰ ਨਾਲ ਪੜ੍ਹਦੇ ਆ, ਪਰ ਜਿਸ ਮੈਜ਼ਰਿੰਗ ਸਟਿਕ ਨਾਲ ਬਾਣੀ ਲਿਖੀ ਗਈ ਹੈ, ਅਗਰ ਉਸ ਨੂੰ ਸਮਝੀਏ ਫਟ ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਸੁੱਖ ਕਿਉਂ ਨਹੀਂ ਮਿਲ ਰਿਹਾ। ਦੁਨੀਆ 'ਚ ਸੁੱਖ ਸਾਨੂੰ ਕੀ ਹੈ? ਲੱਖਾਂ UNO ਬਣ ਜਾਣ, ਇਨਸਾਨ ਚੰਦਰਮਾ ਤੱਕ ਪਹੁੰਚ ਜਾਏ, ਦੁਨੀਆ 'ਚ ਕੋਈ ਭੁੱਖਾ ਨਾ ਮਰੇ। ਇਹ ਕਰ ਦੇਣਾ ਲੋਕਾਂ ਨਾਲ, ਕਿਉਂਕਿ ਦੁਨੀਆ ਤੁਲੀ ਪਈ ਹੈ। ਕਿਸੇ ਹਿੱਸੇ 'ਚ ਵੀ ਗਲੋਬ ਦੇ ਕਿਸੇ ਥਾਂ 'ਤੇ ਉਹਨੇ ਮੈਨਕਾਈਂਡ ਨੂੰ ਭੁੱਖਾ ਨਹੀਂ ਮਰਨ ਦੇਣਾ। UNO ਬਣੀ ਹੈ, ਕੋਈ ਲੜਾਈ ਨਹੀਂ ਗਾਹ ਹੋਣੀ, ਕਿਉਂਕਿ ਐਸਾ ਲੋਕਾਂ ਨੇ ਸਬਕ ਲਿਆ ਹੈ ਵੀ ਲੜਾਈਆਂ ਕਰ ਦੇਖ ਲਈਆਂ। ਇਸ ਕਰਕੇ ਬੜੇ ਬੜੇ ਜਿਹੜੇ ਬਰੇਨ ਹੈ, ਇਸ ਕਰਕੇ ਬੜੇ ਬੜੇ ਮੁਲਕਾਂ ਦੇ ਜਿਹੜੇ ਥਿੰਕਿੰਗ ਟੈਂਕਸ ਹੈ, ਇਹਨਾਂ 'ਤੇ ਸਾਰੀ ਦੁਨੀਆ ਚੱਲ ਰਹੀ। ਉਹ ਬੜੇ ਬੜੇ ਸੋਚ ਰਹੇ ਨੇ ਭਈ ਮੈਨਕਾਈਂਡ ਕਿਤੇ ਵੀ ਧਰਤੀ ਦੇ ਉੱਤੇ ਕੋਈ ਭੁੱਖਾ ਨਾ ਰਹੇ, ਫਟ ਪਚਾਓ ਉੱਥੇ ਅੰਨ, ਕੋਈ ਬਿਮਾਰ ਨਾ ਰਹੇ, ਕੋਈ ਸਾਰੀ ਚੰਦਰਮਾ ਤੱਕ ਪਹੁੰਚ ਗਏ ਸਾਰੇ, ਪਰ ਇਨਸਾਨ ਸੁਖੀ ਨਹੀਂ ਹੋਣਾ। ਕਿਉਂ? ਕਿਉਂਕਿ ਇਨਸਾਨ ਬਾਹਰੋਂ ਸੁਖੀ ਨਹੀਂ, ਬਾਹਰੋਂ ਦੁਖੀ ਨਹੀਂ ਹੈ। ਇਨਸਾਨ ਦੇ ਅੰਦਰ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਉਹ ਨਹੀਂ ਇਹ ਲੋਕ ਸਮਝ ਸਕੇ। ਇਨਸਾਨ ਅੰਦਰਲੀਆਂ ਦੁਸ਼ਮਣਾਂ ਤੋਂ ਦੁਖੀ ਹੈ, ਬਾਹਰਲੀਆਂ ਤਾਂ ਨਹੀਂ। ਜਿਹੜੀਆਂ ਅੰਦਰਲੀਆਂ ਨੈਗੇਟਿਵ ਫੋਰਸਿਸ ਨੇ ਸਾਡੇ 'ਚ, ਸਾਡੀ ਜਿਹੜੀ ਭਗਤੀ ਲੁੱਟੀ ਜਾਂਦੇ ਨੇ, ਸਾਡਾ ਸੁੱਖ ਲੁੱਟੀ ਜਾਂਦੇ ਨੇ, ਸਭ ਕੁਛ, ਔਰ ਅਸੀਂ ਉਹਨਾਂ ਦੇ ਅੰਡਰ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਰਿਸ਼ੀ ਮੁਨੀਆਂ ਸਾਡੇ ਗਿਆਨ ਐਸਾ ਸ਼ੁਰੂ ਤੋਂ ਇਸ ਹਿੰਦੁਸਤਾਨ ਦਾ ਰਿਸ਼ੀ ਮੁਨੀਆਂ ਤੋਂ ਲੈ ਕੇ ਗਿਆਨ ਜਿਹੜੀਆਂ 5 ਚੀਜ਼ਾਂ ਅੰਦਰਲੀਆਂ ਲੱਭੀਆਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਨਾਲ ਹੀ ਇਨਸਾਨੀਅਤ ਦੁਖੀ ਹੈ। ਔਰ ਇਹਨੂੰ ਖਾਸ ਕਰਕੇ ਵੈਸਟਰਨ ਹੈਮੀਸਫੀਅਰ ਦੇ ਵਿੱਚ ਇਹ ਚੀਜ਼ਾਂ ਨਹੀਂ ਸਮਝ ਆ ਸਕਦੀ। ਇਹ ਸਾਡੀ ਰੂਟਸ ਹੈ ਸਾਰੀ ਰਿਸ਼ੀ ਮੁਨੀਆਂ ਤੋਂ ਲੈ ਕੇ ਗਿਆਨ ਦੀ, ਵੀ ਇਹਨਾਂ 5 ਨੂੰ ਸਮਝੋ। ਔਰ ਸਾਰੀ ਬਾਣੀ 'ਚ ਇਹਨਾਂ 5 ਦਾ ਹੀ ਝਗੜਾ ਕਿ ਬੰਦਿਆਂ ਤੂੰ ਭਗਤੀ ਕਰ ਰਿਹਾ, ਤੈਨੂੰ ਨਾਮ ਦਾ ਸੁੱਖ ਜਾਂ ਤੈਨੂੰ ਜ਼ਿੰਦਗੀ 'ਚ ਤੈਨੂੰ ਰਸ, ਇਹ ਚੀਜ਼ਾਂ ਕਿਉਂ ਨਹੀਂ ਆਉਂਦੀਆਂ? ਕਿਉਂਕਿ ਤੂੰ ਉਹਨਾਂ ਦੀ ਪਰਵਾਹ ਨਹੀਂ ਕਰਦਾ। ਤੇਰੇ ਅੰਦਰ ਉਹ ਨੇ ਆਪੋਜ਼ਿਟ ਫੋਰਸਿਸ, ਉਹਨਾਂ ਨੂੰ ਪਹਿਲਾਂ ਜਿੱਤਣਾ ਸਿੱਖ ਔਰ ਉਹਨਾਂ ਦੇ ਨਾਲ, ਔਰ ਉਹ ਦੇਖ ਕੇ ਨੁਕਸਾਨ ਕਰ ਰਹੇ ਨੇ। ਇਸੇ ਕਰਕੇ ਇਨਸਾਨੀਅਤ, ਜੇ ਇਨਸਾਨ ਸੁਖੀ ਹੋਏਗਾ ਤਾਂ ਇਹਨਾਂ ਨੂੰ 5 ਨੂੰ ਸਮਝ ਕੇ ਹੋਏਗਾ। ਇਸ ਕਰਕੇ ਜਿਹੜੇ 5 ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨੂੰ ਕਾਮ ਦੇ ਅਗੇਂਸਟ ਜੱਤ ਖੜਾ ਕਰਨਾ ਪੈਣਾ ਹੈ, ਆਪੋਜ਼ਿਟ ਫੋਰਸ ਜਤੀ ਹੋਣਾ ਪੈਣਾ ਹੈ, ਕੰਟਰੋਲ ਆਫ ਸੈਂਸਿਸ। ਕਾਮ ਹੈ, ਸੈਕਸ ਆਉਂਦਾ ਹੈ, ਉਹਦੇ ਮੋਰੇ ਉਹਨੂੰ ਜੱਤ ਖੜਾ ਕਰਨਾ ਪੈਣਾ ਹੈ। ਕ੍ਰੋਧ ਆਉਂਦਾ ਹੈ, ਉਹਨੂੰ ਫॉरगिवनेस ਸਿੱਖਣੀ ਪੈਣੀ। ਜਿਸ ਬੰਦੇ ਤੇ ਕ੍ਰੋਧ ਆ ਰਿਹਾ ਉਹਨੂੰ ਦਿਲੋਂ ਮਾਫ ਕਰ ਦੇ, ਉਹ ਵੀ ਠੰਡਾ ਹੋ ਜੂ, ਅਗਲਾ ਵੀ ਉਹਦੇ ਪੈਰੀ ਪੈ ਜੂ। ਤੋ ਕ੍ਰੋਧ ਆਉਂਦਾ ਹੈ, ਉਹਦੇ ਅਗੇਂਸਟ ਖਿਮਾ ਖੜੀ ਕਰਨੀ ਹੈ ਅਸੀਂ। ਕ੍ਰੋਧ, ਕਾਮ ਕ੍ਰੋਧ ਲੋਭ, ਲਾਲਚ ਆਉਂਦਾ ਹੈ ਤੇ ਸੰਤੋਖ ਪੈਦਾ ਕਰ। ਬਹੁਤਾ ਹਬੜੂ ਨਾ ਫਿਰੇ, ਆਪਣੇ 'ਚ ਸੰਤੋਖ ਦਾ ਜੀਵਨ ਰੱਖੇ, ਤੇ ਜੇ ਤਾਂ ਲਾਲਚ ਹਟੇਗਾ ਕਿ ਮੇਰੇ ਕੋਲ ਜਿੰਨਾ ਹੈ ਸਾਰਾ ਠੀਕ ਹੈ, ਲਾਲਚ ਨਾ ਕਰੇ। ਇਸ ਕਰਕੇ ਲਾਲਚ ਬਹੁਤ, ਇਹ ਬੜੇ ਬੜੇ ਦੁਸ਼ਮਣ ਅੰਦਰ ਸਾਡੇ। ਇਸ ਕਰਕੇ ਅਸੀਂ ਸੰਸਾਰ 'ਚ ਸੁਖੀ ਕਿਉਂ ਨਹੀਂ ਹੁੰਦੇ? ਨਾਮ ਸਾਡਾ ਭਲੀਪੂਤ ਕਿਉਂ ਨਹੀਂ ਹੁੰਦਾ? ਨਾਮ ਬਗੈਰ ਕੋਈ ਸੁਖੀ ਨਹੀਂ ਹੋਣਾ, ਔਰ ਨਾਮ ਜਿਨ 'ਚ ਅੰਦਰ ਨਹੀਂ ਹੋਣਾ ਜਿਨ 'ਚ ਘਰੋਂ 5 ਅੰਦਰ। ਇਸ ਕਰਕੇ ਜੱਤ ਤੇ ਕਾਮ ਦੇ ਮੋਹਰੇ ਜੱਤ ਖੜਾ ਕਰੋ, ਜਿਹੜਾ ਕਿ ਜਪ ਦਾ ਪਹਿਲਾ ਅਸੂਲ ਹੈ। ਅਖੀਰ ਤੇ ਜਾ ਕੇ ਜੱਤ ਤੇ ਲਿਖਿਆ ਜੱਤ ਪਹਾਰਾ ਧੀਰੇ ਸੁਨਿਆਰ, ਉਹ ਗੁਣ ਦੱਸੇ ਆ ਸਾਨੂੰ। ਬੇਨ ਗੁਣ ਕੀਤੇ ਭਗਤ ਨਾ ਹੋਏ। ਨਾਮ ਜਪੇਗਾ ਪਰ ਨਾਮ ਉਹਦਾ ਸਾਰਾ ਲੁੱਟਿਆ ਜਾ ਰਿਹਾ ਹੈ। ਜੇ ਇਹਨਾਂ ਫੋਰਸਿਸ ਨੂੰ ਨਾ ਸਮਝੇਗਾ, ਨਾਲ ਇਹ ਆਦਤਾਂ ਪੈਦਾ ਨਾ ਕਰੇਗਾ, ਉਹਦਾ ਨਾਮ ਭਲੀਪੂਤ ਨਹੀਂ ਹੋਏਗਾ। ਅਸੀਂ ਇਹੋ ਸਾਬਤ ਕਰਨਾ ਇਸ ਦੀ ਚੌਂਕੀ 'ਚ ਵੀ ਅਸੀਂ ਨਾਮ ਜਪਦੇ ਹਾਂ, ਸਾਨੂੰ ਸਵਾਦ ਕਿਉਂ ਨਹੀਂ ਆਉਂਦਾ? ਸਾਨੂੰ ਕਿਉਂ ਨਹੀਂ ਸੁੱਖ ਮਿਲਦਾ? ਜਦ ਕਿ ਬਾਰ-ਬਾਰ ਬਾਣੀ 'ਚ ਲਿਖਿਆ ਨਾਮ ਜਿੱਦਾਂ ਸੁੱਖ ਕੋਈ ਨਹੀਂ ਹੈ ਕਾਰਾ। ਤੋ ਸਾਡਾ ਮਨ ਕਿਉਂ ਨਹੀਂ ਭਿੱਜਦਾ? ਕਿਉਂਕਿ ਅਸੀਂ ਇਹਨਾਂ 5 ਚੀਜ਼ਾਂ ਨੂੰ ਨਹੀਂ ਸਮਝਦੇ ਜੋ ਬਾਰ-ਬਾਰ ਬਾਣੀ 'ਚ ਡਿਸਕਸ ਕੀਤੀਆਂ। ਤੋ ਕਾਮ ਦੇ ਮੋਹਰੇ
ਜਤ ਖੜਾ ਖਰੇ, ਕ੍ਰੋਧ ਨੂੰ ਖਿਮਾ ਕਰੇ। ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ। ਕਿਸੇ ਨੂੰ ਮਾਫ ਕਰ ਦੇਣਾ ਐਡਾ ਵੱਡਾ ਗੁਣ ਹੈ ਸਾਡੀ ਬਾਣੀ ਦੇ ਵਿੱਚ। ਔਰ ਜਿਹੜਾ ਕ੍ਰਾਈਸਟ ਕੋਲ ਸੀ, ਉਹਨਾਂ ਨੂੰ ਜਿਸ ਵੇਲੇ ਸਰੀਰ ਤੇ ਚਾੜਿਆ ਹੈ, ਉਹ ਆਪਣੇ ਪਿਓ ਨੂੰ ਕਹਿੰਦੇ, ਬਾਪ ਨੂੰ, ਗੌਡ ਨੂੰ, ਵੀ ਆ ਇਹਨਾਂ ਨੂੰ ਮਾਫ ਕਰ ਦੀ ਜਿਹੜਾ ਇਹਨਾਂ ਨੇ ਮੈਨੂੰ ਸੂਲੀ ਤੇ ਚਾੜਿਆ, ਕਿਉਂਕਿ ਇਹਨਾਂ ਨੂੰ ਗਿਆਨ ਨਹੀਂ ਹੈ। ਆਹ ਵੈਲਿਊ ਹੈ ਗਿਆਨ ਦੀ। ਇਹਨਾਂ ਕੋਲ ਗਿਆਨ ਨਹੀਂ, ਇਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਕਰ ਰਹੇ ਨੇ। ਇਸ ਕਰਕੇ ਜਿਹੜਾ ਫੋਰਗਿਵਨੈਸ ਹੈ, ਇਹਦੀ ਹਾਈਐਸਟ ਵਰਚੂ ਇਹ ਭਗਤਾਂ ਕੋਲ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾ। ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾਂ ਨਾ ਮਾਰੀ ਕੁਮ। ਇਹ ਕੋਈ ਮਾਮੂਲੀ ਚੀਜ਼ਾਂ ਨਹੀਂ ਹੈ, ਇਹ ਸਾਡੀਆਂ ਰੂਟਸ ਹੈ, ਜੜ ਹੈ। ਨਾਮ ਜੇ ਕਿਸੇ ਨੇ ਜਪਣਾ ਹੈ, ਜਿੰਨ ਚਿਰ ਕੋਈ ਆਪਣੇ 'ਚ ਚੰਗੇ ਗੁਣ ਨਹੀਂ ਪੈਦਾ ਕਰਦਾ, ਤਾਂ ਵਿਨ ਗੁਣ ਕੀਤੇ ਭਗਤ ਨਾ ਹੋਏ। ਜਪ ਦਾ ਅਸੂਲ ਹੈ, ਭਗਤੀ ਫੜਨੀ ਨਹੀਂ ਹੈ। ਇੱਕ ਟੈਂਕ ਦੇ ਵਿੱਚ ਪਾਣੀ ਹੈ, ਭਰਿਆ ਪਿਆ ਟੈਂਕ, ਪਾਣੀ ਖਾਲੀ ਹੈ। ਉਹ ਟੈਂਕ, ਇੱਕ ਮੋਗਾ ਬਾਹਰ ਪਾਣੀ ਨਿਕਲ ਨੂੰ, ਇੱਕ ਉਹਦੀ ਇਨਲੈਟ ਹੈ ਪੈਣ ਨੂੰ। ਉਹ ਮੋਗਾ ਤੇ ਹੈਗਾ ਕੋਈ 1 ਫੁੱਟ ਸਰਕਮਫਰੈਂਸ, ਐਡਾ ਵੱਡਾ ਮੋਗਾ, ਔਰ ਉਧਰ ਪਾਣੀ ਥੋੜ੍ਹਾ ਪੈਂਦਾ। ਮੋਗਾ ਜ਼ਿਆਦਾ, ਉਹ 'ਚ ਪਾਣੀ ਕਦੀ ਠਹਿਰ ਸਕਦਾ ਹੀ ਨਹੀਂ। ਸਾਡੇ ਅੰਦਰ ਨਾਮ ਨਹੀਂ ਠਹਿਰੇਗਾ, ਕਿਉਂਕਿ ਅਸੀਂ ਇਹਨਾਂ 5 ਚੋਰ ਸਾਨੂੰ ਲੁੱਟੀ ਜਾਂਦੇ ਆ। ਇਹੋ ਅੱਜ ਦੀ ਸ਼ਬਦ ਚੌਂਕੀ 'ਚ ਅਸੀਂ ਸਾਬਤ ਕਰਨਾ ਹੈ ਵੀ ਅਸੀਂ ਸੁਖੀ ਕਿਉਂ ਨਹੀਂ ਹੁੰਦੇ। ਐਡਾ ਵੱਡਾ ਗਿਆਨ ਪਾ ਕੇ ਵੀ ਗੁਰੂ ਕਾਲ ਵੇਲੇ ਜਦੋਂ ਦੇ ਸ਼ਬਦ ਹੈ, ਇਹ ਹਿਸਟਰੀ ਉਸ ਕਾਲ ਦੀ, ਉਹ ਸਾਰੇ ਸੁਖੀ ਸੀ। ਪਰ ਅੱਜ ਕੱਲ੍ਹ ਸਿੱਖੀ ਦੇ ਵਿੱਚ ਸੁੱਖ ਗਾਇਬ ਹੈ। ਬਾਕੀ ਇਹਨਾਂ 5 ਦਾ ਪ੍ਰਧਾਨ ਸਭ ਕੁਛ। ਇਸ ਕਰਕੇ ਕਾਮ ਦੇ ਮੋਹਰੇ ਜਤ ਖੜਾ ਕਰੇ, ਔਰ ਕ੍ਰੋਧ ਦੇ ਮੋਹਰੇ ਖਿਮਾ ਕਰੇ, ਔਰ ਲੋਭ ਦੇ ਮੋਹਰੇ ਸੰਤੋਖ ਦਾ ਜੀਵਨ ਰੱਖੇ। ਔਰ ਮੋਹ ਬੱਚਿਆਂ ਦਾ ਮੋਹ ਨਹੀਂ ਹੈ, ਪਿਆਰ ਨਹੀਂ ਹੈ, ਮੋਹ ਹੈ ਅਟੈਚਮੈਂਟ। ਕਿਸੇ ਚੀਜ਼ ਨਾਲ ਅਟੈਚ ਹੋ ਜਾਣਾ। ਇਸ ਕਰਕੇ ਜੇ ਅਟੈਚ ਹੈ ਤੇ ਆਪਣੇ ਜੋ ਵੈਰਾਗ ਪੈਦਾ ਕਰ। ਮੋਹ ਮਾਰਨਾ ਹੈ ਤੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਤੇ ਉਹਦੇ ਸ਼ਲੋਕ ਪੜ੍ਹਿਆ ਕਰ, ਵੈਰਾਗ ਆ ਜਾਏਗਾ। ਇਸ ਕਰਕੇ ਅਟੈਚਮੈਂਟ ਟੁੱਟ ਜਾਏਗੀ ਤੇਰੀ ਦੁਨੀਆ ਨਾਲ। ਤੋ ਜਿਹੜਾ ਅਟੈਚਮੈਂਟ ਹੈ, ਇਹਦਾ ਆਪੋਜ਼ਿਟ ਫੋਰਸ ਹੈ ਵੈਰਾਗ। ਵੈਰਾਗ ਔਰ ਈਗੋ ਹੈ, ਫਿਰ ਚ ਹਉਮੈ ਹੈ। ਈਗੋ ਦੇ ਮੋਰੇ ਗਰੀਬੀ ਪਰ, ਗਰੀਬੀ ਅੰਦਰਲੀ ਗਰੀਬੀ ਗਦਾ ਹਮਾਰੀ, ਖਾਨਾ ਸਗਲ ਰੇਨ ਸ਼ਾਰੀ, ਤੇ ਸੇ ਆਗੇ ਕੋ ਟਿਕੇ ਨਾ ਵਿਕਾਰੀ, ਗੁਰਪੂਰੀ ਇਹ ਗੱਲ ਸਾਰੀ। ਗਦਾ ਹੁੰਦੀ ਹੈ ਗੁਰਜ, ਕਹਿੰਦੇ ਜੇ ਤੂੰ ਗੁਰਜ ਫੜਨੀ ਹੈ, ਐਡਾ ਵੱਡਾ ਹਥਿਆਰ, ਤੇ ਗਰੀਬ ਆਪਣੇ ਮਨ ਨੂੰ ਹੰਬਲ ਬਣਾ। ਤੋ ਗਰੀਬੀ ਗਦਾ ਹਮਾਰੀ। ਆ ਖੰਡਾ ਜਿਹੜਾ ਅਸੀਂ ਚੱਕੀ ਫਿਰਦੇ ਹਾਂ ਨਾ ਜੀ, ਖੰਡਾ, ਇਹਨੂੰ ਖੰਨਾ ਕਿਹਾ ਬਾਣੀ ਕਹਿੰਦੀ ਤੂੰ ਖੰਡਾ ਕਾਹਦਾ ਚੱਕਣਾ, ਸਾਰੀ ਮੈਨਕਾਇੰਡ ਦੇ ਪੈਰਾਂ ਦੀ ਖਾਕ ਹੋ ਜਾ, ਮਿੱਟੀ ਬਣ ਜਾ। ਖੰਨਾ ਸਗਲ ਰੇਨ ਸ਼ਾਰੀ, ਕਿਉਂ ਤੇ ਸੇ ਆਗੇ ਕੋ ਟਿਕੇ ਨਾ ਵਿਕਾਰੀ। ਜਿਹੜੇ ਤੇਰੇ ਅੰਦਰਲੇ ਵਿਕਾਰ 5 ਦੁਸ਼ਮਣ ਆ, ਐਸ ਗਰੀਬੀ ਦੇ ਮੋਹਰੇ ਨਹੀਂ ਟਿਕ ਸਕਦੇ। ਤੇ ਅਸੀਂ ਆਗੇ ਕੋ ਟਿਕੇ ਨਾ ਮੁਕਾਰੀ। ਔਰ ਮੇਰੇ ਅਕਾਲ ਪੁਰਖ ਗੁਰਪੂਰੇ ਨੇ ਗੱਲ ਸਮਝਾਤੀ ਬਾਣੀ ਦੇ ਰਾਹੀਂ। ਗੁਰਪੂਰੇ ਇਹ ਗੱਲ ਸਾਰੀ ਤੋਂ ਈਗੋ ਦੇ ਅਗੇਂਸਟ ਇਹ ਗਰੀਬੀ ਖੜੀ ਕਰੇ। ਇਹ ਜਿਹੜੇ 5 ਦੁਸ਼ਮਣ ਹੈ, ਇਹਨਾਂ ਦਾ ਖਿਆਲ ਰੱਖੇ। ਇਸੇ ਕਰਕੇ ਅਸੀਂ ਹੁਣ ਇਹ ਲੜੀ ਛੋੜਨ ਲੱਗੇ ਹਾਂ ਵੀ ਇਹ ਦੁਸ਼ਮਣ ਪੈਂਦੇ ਕਿੱਦਾਂ ਹੈ। ਇਨਸਾਨ ਜਿਸ ਵੇਲੇ ਨਾਮ ਜਪਦਾ ਹੈ, ਇਹ ਅੰਦਰ ਇਹਨਾਂ ਦੀ ਫੋਰਸ ਸਮਝਦਾ ਨਹੀਂ। ਉਹ ਨਾਮ ਜਪੀ ਜਾਂਦਾ ਪਰ ਲੁੱਟੀ ਜਾਂਦੇ ਨੇ। ਅਸੀਂ ਪਹਿਲੀ ਮਿਸਾਲ ਗੁਰੂ ਨਾਨਕ ਪਾਤਸ਼ਾਹ ਦੀ ਦਾਂਗੇ। ਉਹ ਕਹਿੰਦਾ ਵੀ ਮੈਂ ਆਪਣੇ ਆਪ 'ਤੇ ਉਹ ਸ਼ਬਦ ਬਣਾਉਂਦੇ ਨੇ ਵੀ ਇਹ 5 ਜਣੇ, ਮੈਂ ਇਕੱਲਾ, ਇਹ ਮੈਨੂੰ ਰੋਜ਼ ਹੀ ਨਾਲੇ 'ਤੇ ਲੁੱਟਦੇ ਆ ਤੇ ਨਾਲੇ ਮੈਨੂੰ ਕੁੱਟਦੇ ਆ। ਉਸ ਬਾਣੀ ਦੇ ਲਫ਼ਜ਼ ਹੈ ਗੁਰੂ ਨਾਨਕ ਪਾਤਸ਼ਾਹ ਦੇ, ਨਾਲੇ ਤਾਂ ਮੈਨੂੰ ਲੁੱਟਦੇ ਆ। ਆਮ ਚੋਰ ਲੁੱਟ ਕੇ ਲੈ ਜਾਂਦਾ, ਕੁੱਟ ਕੇ ਨਹੀਂ ਜਾਂਦਾ। ਇਹ ਮੈਨੂੰ ਲੁੱਟ ਵੀ ਜਾਂਦੇ ਔਰ ਮੈਨੂੰ ਕੁੱਟੀ ਵੀ ਜਾਂਦੇ ਰੋਜ਼ ਹੀ। ਨਹੀਂ ਮੈਂ ਕੀ ਕਰਾਂ। ਇਹ ਕਾਲਪੁਰ ਕਹਿੰਦੇ ਆਪ ਹੀ ਫਿਰ ਰਾਹੌਲ ਦੀ ਤੁਕ ਲਾਉਂਦੇ ਹੈ ਭਈ ਹੋਰ ਕੋਈ ਚਾਰਾ ਨਹੀਂ। ਉਹ ਕਹਿੰਦੇ ਵੀ ਉੱਚੀ ਨਾਮ ਪਰਮੇਸ਼ਰ ਦਾ ਉਚਰ ਤਾਂ ਬਚੇਗਾ ਇਹਨਾਂ ਕੋਲੋਂ। ਔਰ ਰਾਹੌਲ ਦੀ ਤੁਕ 'ਚ ਕਹਿੰਦੇ ਹੈ ਜੇ ਤੂੰ ਨਹੀਂ ਉਚਰੇਗਾ ਤੇਰੀ ਮਰਜ਼ੀ ਆ, ਅੱਗੇ ਜਮਾਂ ਦਾ ਦਲਾਂ ਦੇ ਦਲ ਹੈ, ਉਹ ਤੈਨੂੰ ਘੇਰ ਲੈਣਗੇ। ਤੇਰੇ ਨਾਮ ਉਚਰਨਾ ਇਹ 5 ਵੀ ਵਸ ਆ ਜਾਣਗੇ ਔਰ ਜੰਮ ਵੀ ਤੇਰੇ ਮਗਰੋਂ ਹਟ ਜਾਣਗੇ। ਐਡਾ ਫਾਇਦਾ ਨਾਮ ਦਾ ਦੱਸਿਆ। ਔਰ ਇਸੇ ਕਰਕੇ ਅਸੀਂ ਗੁਰੂ ਨਾਨਕ ਦਾ ਪਹਿਲਾ ਉਦਾਹਰਨ ਦਿੰਦੇ ਹਾਂ ਉਸ ਸ਼ਬਦ ਦਾ ਵੀ ਪੰਜ ਧਾਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਉਪਰੇ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਮਾਰੇ ਉਪਰੇ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਅਵਰ ਪੰਜ
ਘਰ-ਬਾਰ ਕਹਿੰਦੇ ਆ ਬਾਡੀ ਦੇ ਅੰਦਰ ਘਰ-ਬਾਰ ਕਿਹਾ ਵਾ ਐਸ ਬਾਡੀ ਨੂੰ ਆਵਰ ਕਿਉਂ ਰੱਖੋ ਘਰ-ਬਾਰ ਕਿਉਂ ਰੱਖੋ ਘਰ-ਬਾਰ ਮਾਰੇ ਲੂਟੇ ਨੀਤ ਆਗੇ ਕਰੀ ਮੁਕਾਰ ਮਾਰੇ ਲੂਟੇ ਨੀਤ ਆਗੇ हरि राम नामा उजर मना 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 आगे जंगल आगे जंगल आगे जंगल आगे जंगल रहाओ हरि राम ਰਾਹੋਂ ਤੋਂ ਬਾਅਦ ਕਹਿੰਦੇ ਆ ਪਿੰਡੇ ਥਾਈ ਆਮ ਮਿੱਟੀ ਦੀ ਭੜੋਲੀ ਹੁੰਦੀ ਹੈ ਇਹ ਤੇ ਦਾਣੇ ਦੋਣੇ ਸਭ ਪਾਉਂਦੇ ਆ ਮਿੱਟੀ ਦੀ ਬਣਾ ਕੇ ਭੜੋਲੀ ਜੀ ਛਟੋਰ ਜਿਹਾ ਵੱਡੀ ਸਾਰੀ ਭੜੋਲੀ ਉਹ 'ਚ ਦਾਣੇ ਦੋਣੇ ਪਾਉਂਦੇ ਭੜੋਲੀ ਆ ਮਹਾਰਾਜ ਨੇ ਐਸੇ ਜਿਸਮ ਨੂੰ ਭੜੋਲੀ ਨਹੀਂ ਕਿਹਾ ਇਹਨੂੰ ਮੜੋਲੀ ਕਿਹਾ ਹੈ ਸ਼ਬਦ ਮੜੋਲੀ ਹੈ ਮਾਸ ਦੀ ਉਹ ਮਿੱਟੀ ਦੀ ਹੁੰਦੀ ਹੈ ਗੁਰੂ ਨਾਨਕ ਦੀ ਪੰਜਾਬੀ ਪੁਰਾਣੀ ਸਮਝਣ ਵਾਲੀ ਹੈ तो महाराज कहते हैं पहला उन्हें तेरी आ मड़ोली वो सारी जिसम बनाया और ये 9 दरवाजे रखे 9 दरवाजे रखे वो सी 2 अखां दे 2 नक्कां दे 2 कन्नां दे एक मूँह दा एक इंद्री दा एक गुदा दा 9 दरवाजे च रखे तो 10वां गुप्त रखाया 10वां द्वार वो अंदर गुप्त है 9 दरवाजे बाहर प्रगट है जिन्हें थानी मानना बाहर जाना है मानना की जाना है असी इन्होंने 9 द्वारियां थानी सारे ऐब कर दे ये जोड़े 9 द्वारे है महाराज कहते हैं कि पहला मड़ोली बना के इस 9 दरवाजे लिखे वो सारे मड़ोली राखे द्वार भीतर बैठी साधना वो सारे मड़ोली राखे द्वार भीतर बैठी साधना 9 दरवाजे रख के ये अंदर दे अंदर वो तेरी जीव जीव लुकिया पिया जीव रख दिता जीव की है लाइफ देती इस बॉडी के विच अंदर लाइफ है जीव क्या कहता वो अंदर रख दी है ये बाहर दे नाल दे 9 दरवाजे रख के ते साड़ता हुण अगे एक तो कहदी डूंगी है जिहड़ी समझण दी और साडे काम दी है सानू नाम जपण वालियां नूं सारियां नूं सवाल क्यों नहीं आउंदा गुरु महाराज कहंदे आ तेरे अंदर वो जिहड़ी लाइफ सी एक बॉडी के अंदर तो केला कर रही है खुशियां कर रही है अमृत पी रही है और मान बहुत अंदर आनंदमई है दूसरी नूं लुटी जाती है पानी उन्होंने सुख नहीं मिलता इस करके 2 किस्म दीयां बॉडियां है एक दे अंदर जिहड़े नाम जप जप के अंदर वो सुख पैदा करते हैं वो पंजां नूं काबू रखते हैं उन्हां दा तो अमृत केल करे नित कामणे अंदरले बन्ने वो अमृत नाल खेडदे है कि दूसरे है आवरे लुटेन से पंथ दूसरे नूं कदी स्वाद नहीं आएगा नाम जपण का इस करके आवरियां नूं लुटी जाते हैं गुरु नानक का ज्ञान है जिहड़ा साडा पहला औलिया पैगंबर है पहला रहबर वो शब्द देखने पैने हैं कोई भी सानूं सवाल उठदा पहला पातशाही पहली का शब्द लो उत्थों पता लगेगा भी वो किस तरह उन्होंने पहला शिगिरद बाबा जी लैणी नूं ट्रेन किया तो उन्होंने ज्ञान अगे उन्होंने भी ज्ञान आएगा उन्होंने चेले का लेकिन यह भी बाबे नानक ने जरूर वो पोथी पढ़ता होना लैना तो तां ने सलोक है जो लिखे उन्होंने बाबे नानक ने कहा बचिया इन्हों तू 5 तू बची आ देख ये तेरी मडोली उसारी है पर बिच द्वारे 9 रखे है और एक 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 बॉडी च अमृत केल हो रही है दूसरे दे विच लुटी जा रहे हैं वो सारे मडोली राखे द्वार भीतर बैठी साधना वो सारे मडोली राखे द्वार भीतर बैठी साधना भीतर बैठी साधना अमृत केल करे नित
कामण आवरे लुकेर से पंते अमृत केल करे नित कामण होरनां नूं लुटी जांदे ਜਿਹੜੀ ਅੰਮ੍ਰਿਤ ਕੇਲ ਕਰਨ ਵਾਲੀ ਹੈ ਉਹ ਇਸ ਰਹਾਉ ਦੀ ਤੁਕ ਨੂੰ ਫੜ ਗਈ। ਕਿਹੜੀ? ਹਰੀ ਰਾਮ ਆ ਜਿਹੜਾ ਜਮਾਂ ਦਾ ਦਲ ਸੀ ਇਹ ਦੂਸਰੀ ਹੁਣ ਬੌਡੀ ਨੂੰ ਪੈਣਗੇ। ਜਿਹੜੇ ਜਿਹਨੇ ਸੁਰਤ ਨਹੀਂ ਕੀਤੀ ਆਪਣੀ ਸਾਰੀ ਜ਼ਿੰਦਗੀ 'ਚ ਨਾ ਪੰਜਾਂ ਦੀ, ਉਹ ਲੁੱਟਿਆ ਜਾ ਰਿਹਾ ਔਰ ਉਹਨੂੰ ਅਖੀਰ ਤੇ ਜੰਮ ਲੈ ਜਾਣਗੇ। ਔਰ ਪਹਿਲੀ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਉਹ ਬਚ ਗਈ। ਹੁਣ ਦੂਸਰੀ ਜਿਹੜੀ ਸੀ ਹੈ ਉਹਨੂੰ ਜੰਮ ਪੈਣ ਲੱਗੇ ਨੇ। ਹਾਏ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ। ਕਹਿੰਦੇ ਉਹਨੂੰ ਫੜ ਲਿਆ ਆਣ ਕੇ ਜਮਾਂ ਨਾ, ਉਹ ਜਿੰਦ ਲੁਕਦੀ ਉਸ ਵੇਲੇ ਅੰਦਰੋਂ ਉਹਨੂੰ ਕੱਢਦੇ, ਉਹ ਫਿਰ ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੇ। ਉਹ ਜਿਸ ਵੇਲੇ ਉਸ ਦੀ ਜਿੰਦ ਕੱਢਦੇ ਹੈ ਉਹ ਨਿਕਲਦੀ ਨਹੀਂ ਹੈ, ਉਹ ਅਟੈਚ ਹੈ, ਉਹਨੂੰ ਲਿਜਾਣਾ ਚਾਹੁੰਦੇ, ਉਹ ਵਿਲਕਦੀ ਹੈ। ਇਸ ਕਰਕੇ ਉਹ ਢਾਏ ਮੜੋਲੀ ਲੂਟਿਆ ਵੇਰਾ ਸਾਹ ਧਨ ਪਕੜੀ ਇੱਕ ਜਨਾ, ਕਿਉਂਕਿ ਉਹ ਧਨ ਕੱਲੀ ਸੀ। ਉਧਰ ਜਮਲੂਤਾਂ ਦਾ ਬ੍ਰਿਗੇਡਾਂ ਦੇ ਬ੍ਰਿਗੇਡ ਆ ਕੇ ਉਹਨੂੰ ਫੜਨ ਲਈ, ਇਸ ਕਰਕੇ ਢਾਏ ਮੜੋਲੀ ਲੂਟਿਆ ਦੇਵਰਾ ਸਾਹ ਧਨ ਪਕੜੀ ਇੱਕ ਜਨਾ। ਜਮ ਡੰਡਾ ਉੱਤੇ ਜਮ ਦੇ ਡੰਡਾ ਹੈ, ਗਲੇ ਸੰਗਲ ਸੰਗਲਾ ਮਈ ਨੇ ਬੰਨਣ ਵਾਲਾ ਸੰਗਲ ਨਹੀਂ ਪਾਇਆ। ਗੁਰੂ ਨਾਨਕ ਦੇ ਉੱਚ ਹੱਦੀ ਵੈਣ ਹੈ। ਗੁਰੂ ਨਾਨਕ ਕਹਿੰਦਾ ਸੰਗਲਾ ਅਟੈਚਮੈਂਟ ਦਾ, ਮੋਹ ਦਾ। ਇਸ ਕਰਕੇ ਉਹਦਾ ਮੋਹ ਟੁੱਟਾ ਨਹੀਂ ਸੀ। ਦੁਨੀਆ ਵੇਲੇ ਭਗਤੀ ਕਰ ਕਰਕੇ ਉਹਨੇ ਅੰਦਰੋਂ ਵਿਰਾਗ ਨਹੀਂ ਸੀ ਪੈਦਾ ਕੀਤਾ, ਮੋਹ ਟੁੱਟਾ ਨਹੀਂ, ਵਿਲਕਦਾ ਉਸ ਵੇਲੇ। ਉਹ ਹੈ ਸੰਗਲ ਪੈਣਾ ਗਲ। ਜਮ ਡੰਡਾ ਉੱਤੇ ਜਮਾਂ ਦਾ ਡੰਡਾ ਕੀ ਮਤਲਬ? ਉਹ ਪੈ ਜਮ ਉੱਤੇ ਆ ਗਏ, ਦੇਖਦੇ ਉਹਨੂੰ। ਜਮ ਡੰਡਾ ਗਲੇ ਸੰਗਲ ਪੜਿਆ ਭਾਗ ਗਏ ਸੇ ਪੰਜ ਜਨ। ਉਹ ਜਿਹੜੇ ਅੰਦਰਲੇ ਪੰਜ ਸੀ ਨਾ, ਜਿਨ੍ਹਾਂ ਦੇ ਆਖੇ ਲਾ ਕੇ ਸਭ ਕੁਝ ਕੀਤਾ ਸੀ, ਉਹ ਕਹਿੰਦੇ ਯਾਰ ਜ਼ਰਾ ਖੜੇ ਤੇ ਹੋ ਜਾਓ, ਤੁਸੀਂ ਭੱਜ ਚੱਲੇ ਹੁਣ। ਕਹਿੰਦੇ ਨਹੀਂ ਜਾਵਾਂਗੇ, ਹੁਣ ਅਸੀਂ ਜਾਣੇ। ਉਹ ਕਹਿੰਦੇ ਸਾਡੇ ਮੈਂ ਤੁਹਾਡਾ ਸਾਰੀ ਉਮਰ ਆਖਾਂ ਮੰਨਦਾ ਰਿਹਾ, ਤੁਸੀਂ ਹੁਣ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ ਵੀ ਤੁਸੀਂ ਮੇਰੇ ਗੁਲ ਮਹਮਾਇਆ, ਤੁਸੀਂ ਜ਼ਰਾ ਮੇਰਾ ਸਾਥ ਦਿਓ। ਕਹਿੰਦੇ ਨਹੀਂ ਅਸੀਂ ਜਾਣੇ। ਤੋ ਆਹ ਹਾਲਤ ਹੁੰਦੀ ਹੈ ਜਿਹੜੇ ਨਾਮ ਨਹੀਂ ਜਪਿਆ। ਤੇ ਜਿਹਨੇ ਜਪਿਆ ਹੁੰਦਾ ਅੰਮ੍ਰਿਤ ਕੇਲ ਸਾਰੀ ਉਮਰ ਕਰਦਾ ਕੀ ਰਿਹਾ। ਆ ਹੁਣ ਗੁਰੂ ਪਾਤਸ਼ਾਹ ਦੁਨੀਆ ਦੀ ਹਾਲਤ ਦੱਸ ਰਹੀ ਹੈ। ਜਿਹੜੇ ਨਾਮ ਨਹੀਂ ਜਪਦੇ ਔਰ ਉਹਨਾਂ ਨੂੰ ਉਹ ਕੀ ਕਰਦੇ ਹੈ? ਉਹ ਕਰਦੇ ਹੈ ਕਾਮਣ ਲੋੜੇ ਸੋਇ ਨਾ ਰੂਪਾ ਮਿੱਤਰ ਲੋੜੇ ਸਿਖਾਇਆ। ਕਾਮਣ ਲੋੜੇ ਸੋਇ ਨਾ ਰੂਪਾ ਮਿੱਤਰ ਲੋੜੇ ਸਿਖਾਇਆ। ਮਿੱਤਰ ਲੋੜੇ ਸਿਖਾਇਆ। ਨਾਨਕ ਪਾਪ ਕਰੇ ਦਿਨ ਕਾਰਨ, ਨਾਨਕ ਪਾਪ ਕਰੇ ਦਿਨ ਕਾਰਨ, ਨਾਨਕ ਪਾਪ ਕਰੇ ਦਿਨ ਕਾਰਨ, ਨਾਨਕ ਪਾਪ ਕਰੇ ਦਿਨ ਕਾਰਨ। ਆ ਸਜਾਈ ਹੈ ਜਾਸੀ ਜਮਪੁਰੇ ਗਾਂਦਾ, ਜਾਸੀ ਜਮਪੁਰੇ ਗਾਂਦਾ। ਕਾਮਣ ਲੋੜੇ ਸੋਇ ਨਾ, ਸਾਰੀ ਉਮਰ ਸੋਇ ਨਾ ਰੂਪਾ ਕਾਮਣ ਇਹਨਾਂ ਚੀਜ਼ਾਂ 'ਚ ਪਿਆ ਰਿਹਾ। ਔਰ ਮਿੱਤਰ ਐਸੇ ਬਣਾ ਲਏ ਜਿਹੜੇ ਕਹਿੰਦੇ ਲਿਆ ਖੜਾ, ਉਹ ਖਾਂਦੇ ਗਏ। ਜਦੋਂ ਉਹਦੇ ਕੋਲ ਕੁਛ ਨਾ ਰਿਹਾ, ਸਭ ਕੁਛ ਹੈ, ਸਾਰੇ ਸਾਥ ਛੱਡ ਗਏ। ਤਾਂ ਬਾਰ ਬਾਰ ਬਾਣੀ 'ਚ ਚੀਜ਼ ਲਿਖੀ ਹੈ ਕਾਮਣ ਲੋੜੇ ਸੋਇ ਨਾ ਰੂਪਾ ਮਿੱਤਰ ਲੋੜੇਨ ਸੁਖਾ ਦਾਤਾ। ਗੁਰੂ ਨਾਨਕ ਦਾ ਸ਼ਬਦ ਤੋੜਨੇ ਪੈਣੇ। ਕਿਉਂ ਲਿਖੇ ਉਹਨਾਂ ਨਾਲ? ਤੋੜਨ ਤੇ ਨਾਨਕ ਪਾਪ ਕਰੇ ਤਿਨ ਕਾਰਨੇ। ਤੂੰ ਬਾਈ ਅਨਫੇਅਰ ਮੀਨਸ ਐਨੀ ਵੈਲਥ ਇਕੱਠੀ ਕਰਦਾ ਰਿਹਾ, ਟੈਕਸ ਦੀ ਚੋਰੀ, ਹੋਰ ਜੋ ਵੀ ਅਨਫੇਅਰ ਮੀਨਸ ਦੇ ਨਾਲ। ਬਾਬਾ ਨਾਨਕ ਆਪਣੀ ਲਾਈਨ ਲਿਖਦਾ ਹੈ ਪਾਪਾਂ ਬਾਝੋਂ ਹੋਏ ਨਾਹੀਂ ਮੋਇਆ ਸਾਥ ਹੋ। ਵੈਲਥ ਬਗੈਰ ਅਨਫੇਅਰ ਮੀਨਸ ਤੋਂ ਕੋਈ ਇਕੱਠੀ ਨਹੀਂ ਕਰ ਸਕਦਾ। ਜ਼ਰੂਰ ਵਿੱਚ ਪਾਪ ਕੀਤਾ ਹੋ। ਪਾਪਾਂ ਬਾਝੋਂ ਹੋਏ ਨਾਹੀਂ ਮੋਇਆ ਸਾਥ ਨਾ ਜਾਏ। ਗੁਰੂ ਨਾਨਕ ਕਹਿੰਦੇ ਨਾਲ ਨਹੀਂ ਜਾਣੀ ਤੇ ਤੂੰ ਪਾਪ ਕੀ ਗਾ ਹੁਣ ਜੰਮਪੁਰ ਜਾਸੀ ਬਾਂਹ ਲਾਤਾ। ਇਸ ਕਰਕੇ ਮਹਾਰਾਜ ਰਹਾਉ ਦੀ ਤੁਕ ਲੈਂਦੇ ਹੈ
कि फिर भी तेरे बचन का एक तरीका है। वो की है? सारी राम नाम, सारी राम आगे जम कर आगे जम कर सारी राम पावर पंच हम एक जना क्यों राखूं घर बार मना। आवर पंच हम एक जना क्यों राखूं घर बार मना। कि मारे टूटे नीत नीत किसे आके करी पुकार। मारे टूटे नीत नीत आके करी पुकार। किस तरह बंदा नाम अभ्यासी ਜਿਹੜਾ ਨਾਮ ਜਪਦਾ ਉਹ ਲੁੱਟਿਆ ਕਿੱਦਾਂ ਜਾਂਦਾ। ਆਓ ਮਹੱਲੇ ਗੁਰੂ ਨਾਨਕ ਦਾ ਸ਼ਾਗਿਰਦ, ਉਹਨਾਂ ਦਾ ਚੇਲਾ ਔਰ ਸਾਡਾ ਮਹੱਲਾ ਦੂਜਾ ਜਿਹੜਾ ਦਾ ਨਾਂ ਸੀ ਲਹਿਣਾ ਜੀ, ਔਰ ਅਸੀਂ ਸਤਿਕਾਰ ਨਾਲ ਕਹਿੰਦੇ ਹਾਂ ਬਾਬਾ ਲਹਿਣਾ ਜੀ। ਔਰ ਬਾਅਦ 'ਚ ਫਿਰ ਗੁਰੂ ਅੰਗਦ ਸਾਹਿਬ ਬਣੇ ਹੋ। ਉਹਨਾਂ ਨੇ ਸਿਰਫ ਸ਼ਲੋਕ ਲਿਖੇ, ਉਹਨਾਂ ਦੀ ਕੋਈ ਵਾਰ ਨਹੀਂ, ਕੋਈ ਪੌੜੀ ਨਹੀਂ, ਕੋਈ ਸ਼ਬਦ ਨਹੀਂ। ਦੇਖੋ ਤੁਸੀਂ ਮਹੱਲਾ ਦੂਜਾ ਹੋਵੇ, उन्होंने कोई शब्द नहीं, कोई छंद नहीं, कोई वार नहीं, थोड़ी जी बाणी और भी श्लोक है। क्यों? क्योंकि गुरु नानक दी ही ज्ञान सामदा सी सारी। बाबे का ही एडा वड्डा ज्ञान सी जिहड़ा पोथी समाज का स्टडी करता सी उन्होंने, और सारी उम्र उन्होंने ज्ञान सांभिया और आके पोथी लै गए, गद्दी लै गया। तो बाबे लहणे का हुण जो गुरु नानक ने शब्द किया, बाबा लहणा हुण लिखदा भी असीं किदां लुट्टी जाने आ नाम जपण वाला। नाम जपदा रहता है पर अपन अखां से कंट्रोल नहीं करता। भैड़े दृष्ट देख के वह भी असर पेगा अंदर, मन बाहर जाएगा, मन टिकेगा नहीं, रूप देखेगा और न्यूड कोई चीज़ देखेगा, फोटो ऐसे जो बेकार अखां नाल देखते है। गुरु नानक कहता दृष्ट बेकारी बंधने बांधे हों ताकि बल जाए। बाबा नानक कहता कि जेड़ा अखां ते कंट्रोल कर गया मैं उहदे ते बल जाना। कि असीं अखां मीच के रखीए? कहते नहीं, अखां ते कंट्रोल रखो। एक तुसी न्यूट जिसम जां कोई देखते हो, उन्होंने अपने ख्यालों दे विच की समझो, उन्होंने दुनिया की जननी समझो कि दुनिया नूं जन्म देने वाला जिसम है बीबी का। इस करके अखी कुदरत कन्नी बाणी मुख आखन सच नाम। बाबा नानक अखां ते कंट्रोल जिहड़ा करना, गुरु नानक कहना मैं उस तो बलिहार जाना है। दृष्ट बेकारी बंधने बांधे हाँ ताकि भल जाए। वो राह की तुक रही है। जे तू करतार का नाम बोल रहा है, पहला अखां ते कंट्रोल कर। बोलो सच नाम करतार थुन बहर न आवन बार रहो। कहते जे तू नाम जपना शुरू किया बोल बोल के, पहला अखां नूं फड़ी। ये अखां नहीं तेरी आखे लगनियां। तू चाहना भी मैं बंद रख के जां कुछ ना देखा, पर ये कल्टीवेट होई। इन्हां तू इन्ना गजाया इन्हां अखां नूं, हुण तू सौखा इन्हां ते कंट्रोल नहीं कर सकदा। ये है अखी बाझों देखना भी जे तेरा जी करता भी अखां नाल भैड़ी चीज़ देख, उन्होंने देखना इनू कहते हैं अखी बाझों देखना। फिर तू निंदिया चुगली सुन सुन तेरे कान इन्ने पक्के है भी जिथे निंदिया चुगली होए वो दौड़ के कान डाउना है। की गल कर रहे हो तू? मैं सीधिया मिसालां देनियां जो साढ़े ते वरत गया। तो निंदिया चुगली सुन के तेरे कान सौ गए, तो तेरे कन्नां दा जिहड़ा कान तेरा हुक्म नहीं मानते और अखां तेरा हुक्म नहीं मानदियां। वेखना मैन कन्नी सुनना, तेरे पैर बुरे कम नूं उठ पैंदे। तेरा मन अंदरों जो हुक्म करता है पैर तुर पैंदे उस काम नूं, बुरे काम नूं। बुरे काम को उठ खलोआ नाम की वेला पै पै सोया। मन उत्ते कंट्रोल नहीं है, पैरां ते हत्थां ते कंट्रोल नहीं है। पैरों बाझों चलना बिन हथी करना। देखो किड्डा उच्चा ज्ञान है गुरु अंगद साहब का। गुरु नानक समझाउंदा होना उन्होंने तां एडियां जोत एडे वड्डे गुरु जां सिख सी पुरातन, वो ज्ञान नूं समझ के उस तरह अपनी प्रिकॉशन करते सी नाम जपण दा। जिहड़ा असीं इन्ना नाम जपदे इन्नी तकलीफ करते, असीं बाकी इन्हां चीज़ां की परवाह नहीं करते। तो अखीं बाझों देखना बिन कन्नी सुनना, पैरों बाझों चलना। कहते जे अंदर ख्याल उठिया बुरा पैरों नूं बन के खड़ा हो जा, नहीं तुरन देने सन पर आखे नहीं लगने। तो पैरों बाझों चलना बिन हाथी करना। तू बथेरा कहेगा भी मैं हाथ ना बढ़ावा इस पापा हाथ ना नाई कुसम बड़े जल जा सी ठोला। तू पापा तेरे हाथ रुकने नहीं है क्योंकि तेरे कंट्रोल च नहीं है। इनू कहते हैं तेरे और जीव
ਸਭ ਤੋਂ ਪੁਆੜੇ ਦੀ ਜੜ ਜੀਵ ਹੈ। ਜੀਵ ਨਾਲ ਵੀ ਨਹੀਂ ਹਟਣਾ। ਭਾਵੇਂ ਤੇਰੀ ਸਿਹਤ ਲਈ ਕੋਈ ਟੇਬਲ ਦੇ ਉੱਤੇ ਆ ਗਈ ਮਠਿਆਈ ਜਾਂ ਸਭ ਕੁਝ, ਕਿਉਂਕਿ ਡਾਕਟਰ ਸਾਰੀ ਦੁਨੀਆ ਦੇ ਇੱਕ ਤੇ ਸ਼ੂਗਰ, ਇੱਕ ਆ ਘਿਓ ਤੇ ਇਹ ਸ਼ੂਗਰ ਘਿਓ ਤੇ ਆ ਸਾਲਟ, ਇਹਨਾਂ ਦੇਸ਼ਾਂ ਦੇ ਵਿੱਚ ਪਸੀਨਾ ਨਿਕਲਦਾ ਨਹੀਂ, ਸਾਨੂੰ ਸਾਲਟ ਘੱਟ ਖਾਣਾ, ਪਰ ਜੀਵ ਮਜਾਲ ਹੈ ਸਾਡਾ। ਤੇ ਇਸ ਕਰਕੇ ਤਿੰਨ ਚੀਜ਼ਾਂ ਜਿਹੜੇ ਰਸਨਾਂ ਨੂੰ ਐਸਾ ਅਸੀਂ ਖੁੱਲ੍ਹ ਦਿੱਤੀ ਹੈ ਵੀ ਜੋ ਦੇਖਿਆ ਆਖਦੇ ਭਾਵੇਂ ਉਹ ਸਿਹਤ ਦੇ ਲਾਇਕ ਹੈ ਜਾਂ ਨਹੀਂ, ਇਹ ਹੈ ਰਸਨਾਂ ਤੇ ਕਾਬੂ ਨਹੀਂ। ਇਹ ਹੈ ਜੀਭੇ ਵਾਜੋ ਬੋਲ। ਔਰ ਫਿਰ ਤੂੰ ਬਥੇਰਾ ਪਾਣੀ ਚ ਕਿਹਾ ਵੀ ਭਗਤਾਂ ਕੀ ਚਾਲ ਨਾਲੀ, ਚਾਲਾਂ ਨਾਲੀ ਭਗਤਾਂ ਕੇਰੀ ਬਹੁਤ ਨਹੀਂ ਬੋਲਣਾ, ਪਰ ਨਹੀਂ ਸਾਡੀ ਜੀਭ ਇੰਨੀ ਬੋਲਦੀ ਹੈ। ਔਰ ਉਹਦੇ ਉੱਤੇ ਮਾਰੇ ਕਿਹਾ ਕੰਟਰੋਲ ਕਰ, ਜੀਭ ਹਟੇਗੀ ਨਹੀਂ, ਕਿਉਂਕਿ ਇਹ ਕਲਟੀਵੇਟ ਹੋਈ। ਇਹ ਜਿਹੜੇ ਹੈ ਇਹ 9 ਇੰਦਰੀ ਕਰਮ ਇੰਦਰੀ ਮੰਨੇ ਗਏ ਬਾਣੀ ਦੇ। ਹੁਣ ਇਹਨਾਂ ਕਰਮ ਇੰਦਰੀਆਂ ਦੇ ਉੱਤੇ ਗਿਆਨ ਆਏਗਾ ਗੁਰੂ ਅੰਗਦ ਸਾਹਿਬ ਦਾ ਵੀ ਜਿਹੜਾ ਤੂੰ ਅੰਦਰ ਮਨ ਫੁਰਦਾ, ਜੇ ਤੂੰ ਕਰਮ ਇੰਦਰੀਆਂ ਤੇ ਕੰਟਰੋਲ ਕਰ ਲੈਣਾ ਫਿਰ ਵੀ ਤੂੰ ਬਚ ਜਾਏਗਾ। ਤੇ ਗੁਰੂ ਦਾ ਜਿਹੜੇ ਕਰਮ ਇੰਦਰੀ ਕੀ ਹੈ, 2 ਅੱਖਾਂ, 2 ਕੰਨ, 1 ਜੀਭ, 2 ਹੱਥ, 2 ਪੈਰ, ਇਹਨਾਂ ਨੂੰ ਕਰਮ ਇੰਦਰੀ 9 ਕਰਮ ਇੰਦਰੀ ਕਿਹਾ। ਇਹਦੇ ਤੇ ਮਹਾਰਾਜ ਸ਼ਲੋਕ ਦੇ ਰਹੇ ਨੇ। ਅੱਖੀਂ ਬਾਝੋਂ ਦੇਖਣਾ ਦਿਨ ਕੰਨੀ ਸੁਣਨਾ, ਅੱਖੀਂ ਬਾਝੋਂ ਦੇਖਣਾ ਦਿਨ ਕੰਨੀ ਸੁਣਨਾ। ਕਿੰਨਾ ਉੱਚਾ ਮਹਲਾ ਦੂਜਾ ਹੈ। ਅੱਖੀਂ ਬਾਝੋਂ ਦੇਖਣਾ ਦਿਨ ਕੰਨੀ ਸੁਣਨਾ, ਸਿੱਖਿਆ ਦਿੱਤੀ ਸੀ ਨਾ ਕਿ ਬਾਬੇ ਨਾਨਕ ਨਾ ਗੰਦੇ ਚਲੇ ਕੌਲਾ ਸੁੱਟ ਦਿੱਤਾ ਜੀ ਬਾਬੇ ਨੇ। ਜਨਮ ਸਾਖੀਆਂ ਵਾਹਿਆਤ ਕਹਾਣੀਆਂ ਬਣਾਈਆਂ ਗੁਰੂਆਂ ਮਤਲਬ ਵੀ ਬਾਬੇ ਨੇ ਕੌਲਾ ਗੰਦੇ ਨਾਲੇ 'ਚ ਉਹਨਾਂ ਦਾ ਡਿੱਗ ਪਿਆ ਤੇ ਸ੍ਰੀ ਚੰਦ ਨੇ ਕਹਿਣ ਲੱਗੇ ਪੱਤਰਾ ਕੱਢ ਦੇ। ਉਹ ਕਹਿੰਦੇ ਜੀ ਕਿਸੇ ਸੇਵਕ ਨੂੰ ਕਢਾ ਲਓ। ਦੂਸਰੇ ਪੁੱਤ ਨੂੰ ਕਿਹਾ ਦੇਖ ਕਿੰਨਾ ਬਦਨਾਮ ਕੀਤਾ ਗੁਰੂ ਨਾਨਕ ਦੇ ਪੁੱਤਰਾਂ ਨੂੰ। ਔਰ ਉਧਰ ਤਾਂ ਬਾਬਾ ਲੈਣਾ ਗੱਦੀ ਲੈ ਗਿਆ ਸੀ। ਔਰ ਦੂਸਰਾ ਨੇ ਕਿਹਾ ਜੀ ਦੂਸਰੇ ਪੁੱਤ ਨੂੰ ਕਿਹਾ, ਉਹ ਦੂਸਰਾ ਪੁੱਤ ਹੋਰ ਉਡਵਾਏਂਗਾ ਅੱਜ ਕੱਲ੍ਹ ਦੇ ਬੱਚਿਆਂ ਨੂੰ। ਉਹ ਕਹਿਣ ਲੱਗਾ ਬਾਪੂ ਤੂੰ ਮੇਰੇ ਸਾਹਮਣੇ ਤੇ ਸੁੱਟਿਆ, ਹੁਣ ਤੂੰ ਕਹਿੰਦਾ ਮੈਨੂੰ ਛੱਡ। ਮਖੌਲ ਕਰਨ ਲੱਗ ਪਿਆ ਉਹਨਾਂ ਨੂੰ। ਉਹ ਬਾਬਾ ਕਹਿੰਦਾ ਅੱਛਾ ਬਾਬਾ ਅੱਛਾ ਲੈਣੇ ਵਾਲ ਮਾੜੀ ਜਿਹੀ ਅੱਖ ਕੀਤੀ, ਉਹਨੇ ਮਾਰੀ ਛਾਲ ਵਿੱਚੋਂ ਕੱਢ ਕੇ ਤੇ ਕੋਲਾ ਫੜਾ ਤੇ ਤਾਂ ਗੁਰੂ ਮਹਾਰਾਜ ਗੱਦੀ ਲੈ ਗਏ। ਕਿਉਂਕਿ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੂੰ ਗਿਆਨ ਨਹੀਂ ਸੀ ਦਿੰਦਾ, ਉਹਨਾਂ ਨੂੰ ਡਾਈਵਿੰਗ ਸਿਖਾਉਂਦਾ ਸੀ। ਦੇਖੋ ਤੁਸੀਂ ਸਾਡੇ ਸਿੱਖੀ ਨੂੰ ਕਿੰਨਾ ਅੰਨਾ ਕੀਤਾ ਗਿਆ। ਇਹੋ ਜਿਹੇ ਗੁਰੂ ਜੀ ਦਾ ਆ ਗਿਆਨ ਹੋਏ। ਗੁਰੂ ਨਾਨਕ ਆ ਸਿਖਾਉਂਦਾ ਸੀ ਉਹਨਾਂ ਨੂੰ ਗਿਆਨ, ਕੋਲੇ ਕੱਢਣੇ ਨਹੀਂ ਸੀ ਸਿਖਾਲੇ ਉਹਨੇ।
अपने ते कंट्रोल रखे। ऐसा मुर्दा बन जाए, एक लाश पई है, ਉਹਦੇ ਹੱਥ ਪੈਰ ਤੁਰ ਸਕਦੇ, ਉਹਦੀਆਂ ਅੱਖਾਂ ਕੋ ਬੁਰਾ ਕੰਮ ਦੇਖ ਸਕਦੀ, ਇਹ ਹੈ ਜਿਹਨੇ ਮਰਨਾ। ਆਹ ਸਿਖਾਈ ਸੀ ਸਿੱਖੀ ਅਗਲੇ ਗੁਰੂ ਨੂੰ, ਔਰ ਗਾਂ ਤੱਕ ਫਿਰ ਗਈ ਤੇਗ ਬਹਾਦਰ ਸਾਹਿਬ ਤੱਕ। ਮਤਲਬ ਜਿਹੜਾ ਆਹ ਗਿਆਨ ਸੀ, ਉਹਨਾਂ ਦੇ ਸ਼ਲੋਕ ਦੱਸਦੀ ਹੈ ਵੀ ਮੈਨੂੰ ਬਾਬੇ ਨੇ ਕੀ ਚੀਜ਼ ਸਮਝਾ ਦਿੱਤੀ ਸੀ। ਆਹ ਸਮਝਾਈ ਸੀ ਅੱਖਾਂ ਤੇ ਕੰਟਰੋਲ, ਇਹਨਾਂ ਕਰਮ ਇੰਦਰੀਆਂ ਤੇ ਕੰਟਰੋਲ। ਔਰ ਅੱਖਾਂ ਸਾਡੀਆਂ ਕਿਉਂ ਨਹੀਂ ਆਖਿਆ ਲੱਗਦੀਆਂ? ਗੁਰੂ ਅਰਜਨ ਪਾਤਸ਼ਾਹ ਨਾ ਐਸਾ ਇੱਕ ਸ਼ਬਦ ਦੀ ਰਾਹ ਦੀ ਤੋਕ, ਔਰ ਥੋੜ੍ਹੀ ਜਿਹੀਆਂ ਇਸੇ ਮਜ਼ਮੂਨ ਨਾਲ ਵਿਆਹ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਉਸ ਨਾਲ ਦਾਂਗੇ ਇਹ ਇਸ ਬਾਡੀ ਦੇ ਅੰਦਰ, ਇਸ ਗ੍ਰਹਿ ਦੇ ਅੰਦਰ ਕੋਈ ਵਿਰਲਾ ਆਦਮੀ ਜਾਗਦਾ ਹੈ, ਕਿਉਂਕਿ ਉਹ ਸੁੱਤਾ ਪਿਆ ਹੁੰਦਾ। ਜਦੋਂ ਘਰ 'ਚ ਚੋਰੀ ਜਾਂ ਸੰਨ ਲੱਗਦੀ ਹੈ, ਉਹ ਸੁੱਤੇ ਪਏ ਨੂੰ ਲਾਉਂਦੇ ਪਿੰਡੀ ਥਾਣੀ। ਜਦੋਂ ਉਹ ਸੌਂ ਜਾਂਦਾ ਹੈ ਤਾਂ ਉਹਦਾ ਘਰ ਲੁੱਟ ਕੇ ਲੈ ਜਾਂਦੇ। ਇਸ ਤਰ੍ਹਾਂ ਬੰਦਾ ਅੰਦਰ ਸੁੱਤਾ ਪਿਆ ਹੈ, ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ, ਉਹਦਾ ਨਾਮ ਧਨ ਲੁੱਟ ਕੇ ਉਹ ਪੰਜੇ ਲਈ ਜਾਂਦੇ ਹੈ। ਤੋ ਮਹਾਰਾਜ ਨਾ ਸਭ ਦਿੱਤਾ ਰਹਾ ਦੀ ਤੁਕਦਾ, ਇਸ ਗ੍ਰਹਿ ਮੇ ਕੋਈ ਜਾਗਤ ਰਹੇ, ਕੋਈ ਜਾਗਤ ਕਹਿੰਦਾ ਉਹ ਆਪਣੇ ਨਾਮ ਦੀ ਸਾਬਤ ਪੂੰਜੀ ਗਾਂ ਲੈ ਜਾਏਗਾ, ਨਹੀਂ ਤੇ ਉਹਦੀ ਲੁੱਟੀ ਜਾਏਗੀ। ਇਸ ਗ੍ਰਹਿ ਮੇ ਕੋਈ ਜਾਗਤ ਰਹੇ, ਕੋਈ ਜਾਗਤ ਰਹੇ, ਇਸ ਗ੍ਰਹਿ ਮੇ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਸਾਵਤ ਵਸਤ ਮਹਾਰਾਜ ਨੇ ਲੈ ਕੇ ਕਿਸੇ ਸਿੱਖ ਨੂੰ ਪਰਵਾਹ ਕੀਤੀ ਕਦੀ ਇਸ ਬਾਣੀ? ਅਸੀਂ ਦਰਦ ਭਰੀ ਬੇਨਤੀ ਕਰ ਰਹੇ ਸਾਰੀ ਸਿੱਖ ਕੌਮ ਨੂੰ ਵੀ ਖੰਡ ਪਾਠ ਨਾ ਕਰੋ। ਖੰਡ ਪਾਠ ਦਾ ਭੋਗ ਭਾਵੇਂ 2 ਸਾਲ ਬਾਅਦ ਪਏ, ਜ਼ਰੂਰ ਕਰੋ ਪਾਠ, ਸਾਰੇ ਸੁਣੋ, ਭਾਵੇਂ ਮਹੀਨੇ ਬਾਅਦ ਖੰਡ ਪਾਠ ਦਾ ਭੋਗ ਪਏ, ਪਰ ਕੋਈ ਸ਼ਬਦ ਦੇ ਕੇ ਰਸ ਕੇ ਪੜ੍ਹੋ। ਉਹਨਾਂ ਨੂੰ ਤੁਸੀਂ ਇੰਨਾ ਪਾਠ ਛੇਤੀ, ਉਹ ਤੁਹਾਨੂੰ ਕੁਛ ਮਿਲੇਗਾ ਨਹੀਂ, ਕਿਉਂਕਿ ਗੁਰੂ ਨਾਨਕ ਦਾ ਹੁਕਮ ਆ ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣਾ। ਹੌਲੀ ਹੌਲੀ ਬੁੱਝੋ ਕੀ ਕਹਿ ਰਿਹਾ ਗੁਰੂ ਕਹਿ ਰਿਹਾ। ਇਸ ਕਰਕੇ ਉਹਦੇ ਇਹੋ ਜਿਹੇ ਸ਼ਬਦ ਅਗਰ ਰਸ ਲੈ ਕੇ ਪੜ੍ਹੋਗੇ, ਤੁਹਾਨੂੰ ਅਨਮੋਲ ਖੀਰੇ ਜ਼ਿੰਦਗੀ ਦਾ ਸੁੱਖ ਮਿਲ ਜਾਊਗਾ। ਵੀ ਅਸੀਂ ਲੁੱਟੇ ਕਿਉਂ ਜਾਂਦੇ ਹਾਂ, ਸਾਨੂੰ ਸਵਾਦ ਨਾਮ ਜਪਣ ਦਾ ਕਿਉਂ ਨਹੀਂ ਆਉਂਦਾ, ਕਿਉਂ ਨਹੀਂ ਕਿਸੇ ਦਾ ਜੀਵਨ ਸੁਧਰਦਾ। ਸਿੱਖਾਂ 'ਚ ਇੰਨਾ ਹੋ ਜੀਵਨ ਨਹੀਂ ਸੁਧਰ ਰਿਹਾ, ਇਸ ਕਰਕੇ ਸਾਡਾ ਕਰੈਕਟਰ ਸਿੱਖਾਂ ਦਾ 0 ਲੈਵਲ 'ਤੇ ਆ ਗਿਆ ਸਾਰੀ ਦੁਨੀਆ ਨਾਲੋਂ, ਜੇ ਦੇਖਿਆ ਜਾਏ ਤਾਂ। ਕਿਉਂ? ਕਿਉਂਕਿ ਅਸੀਂ ਗੁਰੂ ਮਹਾਰਾਜ ਦਾ ਜੋ ਇੰਸਟਰਕਸ਼ਨਾਂ ਹੈ ਉਹ ਵਿੱਚੋਂ ਸਮਝਦੇ ਨਹੀਂ ਹੈ। ਅਸੀਂ ਕਿੱਦਾਂ ਲੁੱਟੇ ਜਾ ਰਹੇ ਹਾਂ, ਔਰ ਇਹ ਸਾਰੀ ਮੈਨ ਕਾਇੰਡ ਨੂੰ ਅਸੀਂ ਵਾਰਨਿੰਗ ਦੇ ਸਕਦੇ ਹਾਂ ਵੀ ਤੁਹਾਨੂੰ ਸੁੱਖ ਨਹੀਂ ਮਿਲ ਸਕਦਾ ਜਿੰਨ ਚਿਰ ਆਹ ਸ਼ਬਦ ਨਾਲ ਤੁਸੀਂ ਸਿੱਧਾ ਸਮਝੋਗੇ। ਪੂਰੇ ਦਾ ਪੂਰਾ ਸਵਾਦ ਨਾਮ ਦਾ ਲੈ ਲੂਗਾ। ਸਾਬਤ ਵਸਤ ਲਹੇ ਕਹਿੰਦੇ ਫੜਨ ਨੂੰ ਲੈਣਾ ਨਹੀਂ ਹੈ, ਤੇ ਲਹੇ ਜਿੱਥੇ ਆ ਜਾਏ ਰਾਮ ਨਾਮ ਔਰ ਮੈਂ ਗਹਿਓ ਆ ਜਾਏ, ਲਹੇ ਆ ਜਾਏ, ਇਹ ਫੜਨਾ। ਸਾਬਤ ਵਸਤ ਚਾਹਦੇ ਅਸੀਂ ਕੌਣ ਇਹਨੂੰ ਲੁੱਟ ਰਿਹਾ ਸੀ? ਨੈਨੋ ਨੀਂਦ ਨੈਨੋ
ਅੱਖਾਂ ਜਾਂਦੀਆਂ। ਸਾਡੀ ਹਾਲਤ ਹੀ ਹੋ ਗਈ ਹੈ, ਕੋਈ ਟੀਵੀ ਦੇ ਉੱਤੇ ਸ਼ੋਅ ਚੱਲ ਰਿਹਾ ਹੋਇਆ ਸਭ ਫਟ ਅੱਖਾਂ ਜਾਂਦੀਆਂ। ਫਿਰ ਕਹਿੰਦਾ ਮੇਰੇ ਨਾਮ ਜਪਣ ਦਾ ਸਵਾਦ ਨਹੀਂ, ਕਿਉਂਕਿ ਜੋ ਤੂੰ ਅੱਖਾਂ ਨਾਲ ਦੇਖੇਂਗਾ ਉਹਦਾ ਅਸਰ ਅੰਦਰ ਜਾਏਗਾ। ਰਹੇਗਾ ਨਾਮ ਜਪਣ ਵੇਲੇ ਇਹਨਾਂ ਅੱਖਾਂ ਤੇ ਕੰਟਰੋਲ ਕਰ, ਪਰ ਇਹ ਆਸਾਨ ਕੰਮ ਨਹੀਂ ਹੈ। ਗੁਰੂ ਨਾਨਕ ਬਿਨਾ ਬਲਿਹਾਰ ਜਾਨਾ ਮੈਂ ਦ੍ਰਿਸ਼ਟ ਬਿਕਾਰੀ ਬੰਧਨੇ ਬਾਂਧੇ ਹਾਂ ਤਾਂ ਕਿ ਬਾਹਰ ਜਾਓ। ਇਹ ਸਭ ਤੋਂ ਮੁਸ਼ਕਿਲ ਕੰਮ ਹੈ। ਲੇਕਿਨ ਜੇ ਬੰਦਾ ਗਿਆਨ ਹੀ ਨਾ ਹੋਊਗਾ, ਇਸ ਰਾਹ ਤੇ ਤੁਰੇਗਾ ਹੀ ਨਾ, ਤੇ ਉਹਦਾ ਭਲਾ ਕਿੱਦਾਂ ਹੋਊਗਾ। ਅਸੀਂ ਥੋੜਾ ਤੁਰੀਏ, ਥੋੜਾ ਜੋ ਵੀ ਗੁਰੂਆਂ ਸ਼ਬਦ ਦਾ ਹੁਕਮ ਹੈ ਉਹਦੇ ਮੁਤਾਬਕ ਕਮਾਈ ਕਰੀਏ, ਦੇਖੋ ਕਿੰਨਾ ਫਲ ਮਿਲਦਾ। ਇਸ ਕਰਕੇ ਨੈਣੀ ਨੀਰ ਹਰ ਦ੍ਰਿਸ਼ਟ ਬਿਕਾਰੇ, ਨੈਣੋ ਨੀਰ ਹਰ ਦ੍ਰਿਸ਼ਟ ਬਿਕਾਰੇ, ਸਰਵਣ ਸੋਏ ਸੁਣ ਨਿੰਦ ਵਿਚਾਰੇ, ਸਰਵਣ ਸੋਏ। ਕਹਿੰਦੇ ਕੰਨਾਂ ਨੂੰ ਕੰਨ ਤੇਰੇ ਸੌਂ ਗਏ ਹੈ, ਨਿੰਦਿਆ ਚੁਗਲੀ ਸੁਣ ਸੁਣ ਕੇ। ਸਰਵਣ ਸੋਏ ਸੁਣ ਨਿੰਦ ਵਿਚਾਰੇ। ਔਰ ਰਸਨਾ ਤੇ ਮਠਿਆਈ ਨੂੰ ਛੱਡਦੀ ਨਹੀਂ ਨਾ, ਮਿੱਠੇ ਨੂੰ ਐ ਪੈਂਦੀ ਹੈ। ਕੋਈ ਮਿੱਠੇ ਵਾਲੀ ਚੀਜ਼ ਹੋਏ ਔਰ ਸਭ ਤੋਂ ਜ਼ਿਆਦਾ ਕੈਲੋਰੀਜ਼ ਇਹਦੇ ਚ ਹੁੰਦੀਆਂ ਮਿੱਠੇ। ਇਸ ਕਰਕੇ ਰਸਨਾ ਜਿਹੜੀ ਹੈ ਕਾਬੂ ਨਹੀਂ ਆਉਂਦੀ, ਬਸ ਮਿੱਠੀ ਚੀਜ਼ ਆਈ ਨਹੀਂ ਸਾਹਮਣੇ ਤੇ ਇਹ ਸੁੱਤੀ ਪਈ ਹੈ। ਇਹ ਰਸਨਾ ਸੋਈ ਲੋਭ ਮੀਠੇ ਸਾਰ, ਹੋਰ ਸਵਾਦ ਲੈਣ ਦੀ ਲੋਭ ਕਹਿੰਦੀ ਆ, ਹੋਰ ਲਾਲਚ ਮਿੱਠੇ ਦਾ ਪੈ ਗਿਆ ਤੋ ਰਸਨਾ ਸੋਈ ਲੋਭ। ਇੱਕ ਬੜੀ ਇੰਟਰਸਟਿੰਗ ਗੱਲ, ਬੜੇ ਸਾਡੇ ਜਿਹੜਾ ਫਾਦਰ ਆਫ ਦੀ ਨੇਸ਼ਨ ਹੈ, ਜਿਨ੍ਹਾਂ ਨੇ ਸੱਚਾਈ ਦੀ ਕੁਛ ਇਸ ਬੰਨੇ ਘਾਲਣਾ ਕੀਤੀ ਆ, ਉਹ ਸੀ ਸਾਡੇ ਮਹਾਤਮਾ ਗਾਂਧੀ ਜੀ। ਉਹਨਾਂ ਨੇ ਆਪਣੀ ਕਿਤਾਬ ਲਿਖੀ ਹੈ ਇਸੇ ਇਹਨਾਂ ਚੀਜ਼ਾਂ ਦੇ ਉੱਤੇ, ਮਾਈ ਐਕਸਪੈਰੀਮੈਂਟਸ ਵਿਦ ਟਰੁਥ। ਉਹ 'ਚੋਂ ਬੜੀ ਕਮਾਲ ਦੀ ਚੀਜ਼ ਇਹ ਲਿਖਦਾ। ਸਭ ਤੋਂ ਪਹਿਲਾਂ ਉਹ ਕਹਿੰਦਾ ਵੀ ਕੰਟਰੋਲ ਯੂਰ ਪਲੇਟ। ਆ ਜਿਹੜੀ ਮੇਜ਼ ਤੇ ਪਲੇਟ ਆਉਂਦੀ ਨਾ ਚੀਜ਼ ਪੈ ਕੇ, ਕਹਿੰਦੇ ਇਹ 'ਤੇ ਕੰਟਰੋਲ ਕਰ। ਉਹ ਹੈ ਰਸਨਾ ਤੇ ਕੰਟਰੋਲ ਕਰਨਾ। ਤੇ ਇਸ ਕਰਕੇ ਕਹਿੰਦਾ ਕੰਟਰੋਲ ਯੂਰ ਪਲੇਟ, ਤਾਂ ਤੂੰ ਆਪਣੇ ਮਨ ਤੇ ਕਾਬੂ ਪਾ ਸਕੇਗਾ। ਜਿੰਨੇ ਜੀਭ ਤੇ ਕਾਬੂ ਪਾ ਗਿਆ ਤਾਂ ਉਹ ਮਨ ਨੂੰ ਸਮਝ ਸਕੇਗਾ ਔਰ ਮਨ ਨੂੰ ਫਤਿਹ ਕਰੇਗਾ। ਰਸਨਾ ਸੋਈ ਲੋਭ ਮੀਠੇ ਸਾਰੇ, ਰਸਨਾ ਸੋਈ ਲੋਭ ਮੀਠੇ ਸਾਰੇ। ਇਹਦਾ ਨੁਕਸਾਨ ਹੋ ਰਿਹਾ ਹੈ, ਸੁੱਤੀ ਪਈ ਹੈ ਇਹ ਰਸਨਾ ਸੋਈ ਲੋਭ। ਤੁਸੀਂ ਕੋਈ ਚੀਜ਼ ਦੀ ਆਦਤ ਪਾ ਲਓ, ਤੁਸੀਂ ਕਲਟੀਵੇਟ ਹੋ ਜਾਓ। ਰਸਨਾ ਨੂੰ ਮਿੱਠੇ ਖਾਣ ਦੀ ਆਦਤ ਪਾ ਲਓ। ਹਾਂ ਜੀ, ਰੋਟੀ ਖਾਧੀ ਮਗਰ ਸਵੀਟ ਡਿਸ਼ ਹੋ ਜਾਏਗੀ ਤਾਂ ਉਹ ਜੇ ਸਵੀਟ ਡਿਸ਼ ਲੈਂਦੇ ਐਡੀ ਭੈੜੀ ਹੋਵੇ, ਉਹਨੂੰ ਜ਼ਰੂਰ ਹੀ ਫਿਰ ਮਿੱਠਾ ਖਾਣਾ ਪੈਂਦਾ। ਇਹਨੂੰ ਕਹਿੰਦੇ ਆ ਸਾਡੇ ਇਹ ਜਿਹੜੀ ਅੰਦਰ ਇਹ ਹੈ ਕਲਟੀਵੇਟ ਹੋਏ ਆ। ਅਸੀਂ ਇਹਨਾਂ ਨੂੰ ਜਨਮਾਂ ਤੋਂ ਨੂੰ ਰੋਕਿਆ। ਇਸ ਕਰਕੇ ਇਹਨਾਂ ਤੇ ਫਤਿਹ ਪਾਉਣੀ ਸਭ ਤੋਂ ਮੁਸ਼ਕਿਲ ਹੈ। ਰਸਨਾ ਸੋਈ ਲੋਭ ਮੀਠੇ ਸਾਰੇ, ਰਸਨਾ ਸੋਈ ਲੋਭ ਮੀਠੇ ਸਾਰੇ। ਔਰ ਇਹਨਾਂ ਨੂੰ ਸਾਰਿਆਂ ਨੂੰ ਕੰਮ ਕਰਾਉਣ ਵਾਲਾ ਹੁਣ ਉਹ ਪਤੰਤਰ ਆਇਆ। ਅੱਖਾਂ ਤੇ ਸੁੱਤੀਆਂ ਪਈਆਂ, ਕੰਨ ਸੁੱਤੇ ਪਏ ਹੈ, ਜੀਭ ਸੁੱਤੀ ਪਈ। ਹੁਣ ਉਹ ਇਹਨਾਂ ਦਾ ਕੈਪਟਨ ਆਇਆ। ਉਹ ਕਹਿੰਦਾ ਮਨ ਤੇ ਸੋਇਆ ਹੈ ਪਰ ਮਨ ਸੋਇਆ ਨਹੀਂ ਹੈ। ਜਿੱਥੇ ਕਿਸੇ ਨਾਲ ਆਤ ਸ਼ਰਾਬ ਪੀ ਕੇ ਬੇਹੋਸ਼ ਪਿਆ ਹੋਏ ਨਾ ਲੋਟ-ਪੋਟ, ਮਨ ਤੇ ਬਿਲਕੁਲ ਹੀ ਬੇਹੋਸ਼ ਹੋ ਗਿਆ। ਉਹ ਇਹਨੂੰ ਕਹਿੰਦੇ ਮਨ ਸੋਇਆ ਮਾਇਆ ਵਿਸਮਾ। ਮਨ ਮਾਇਆ ਦੇ ਵਿੱਚ ਲੋਟ-ਪੋਟ ਹੋਇਆ ਪਿਆ ਅੰਦਰ ਔਰ ਉਹਨੂੰ ਹੋਸ਼ ਹੀ ਨਹੀਂ ਆ ਕੋਈ। ਤੇ ਮਹਾਰਾਜ ਕਹਿੰਦੇ ਆ ਜਿਹੜਾ ਮਨ ਸੋਇਆ ਮਾਇਆ ਵਿਸਮਾ, ਚੌਥੀ ਤੁਕ ਲਾਉਂਦੇ ਔਰ ਇਹਨਾਂ ਨਾਲ ਰਹਾਉ ਜਾਣ ਕੇ ਸਮਾਉਣਾ। ਦੇਖਿਓ ਰਹਾਉ ਕੀ ਕਹਿੰਦਾ ਹੈ। ਇਹ ਨੈਣੋ ਨੀਂਦ ਪਰ ਦ੍ਰਿਸ਼ਟ ਵਿਚਾਰੇ, ਇਹ ਨੈਣੋ ਨੀਂਦ ਪਰ ਦ੍ਰਿਸ਼ਟ ਵਿਚਾਰੇ, ਇਹ ਸਰਵ ਸੋਏ ਸੁਣ ਨਿੰਦ ਵਿਚਾਰੇ, ਸਰਵ ਸੋਏ ਸੁਣ ਨਿੰਦ ਵਿਚਾਰੇ। ਰਸਨਾ ਸੋਈ ਲੋਭ ਮੀਠੇ ਸਾਰੇ, ਰਸਨਾ
ਤੁਰਦਾ ਹੋਵੇ ਉਹਦੀ ਕਿੰਨੀ ਉਮਰ ਹੁੰਦੀ? 10 5 15 ਤੇ ਇੱਕ 16 ਸਾਲ ਦੀ ਉਮਰ ਹੁੰਦੀ ਹੈ ਜਦੋਂ 11ਵੀਂ ਦਾ ਬੱਚਾ ਹੋ ਜਾਂਦਾ। ਇਹ ਗੁਰੂ ਅਰਜਨ ਪਾਤਸ਼ਾਹ ਲਿਖਾਰੀ ਹੈ ਜਿਹੜਾ 11 ਸਾਲ ਦੀ 16 ਸਾਲ ਦੀ ਉਮਰ 'ਚ ਗੱਦੀ ਤੇ ਬੈਠ ਗਿਆ। ਗੁਰੂ ਰਾਮਦਾਸ ਸਾਹਿਬ ਬਹੁਤ ਘੱਟ ਜੀਏ, ਇਸ ਕਰਕੇ ਗੁਰੂ ਰਾਮਦਾਸ ਸਾਹਿਬ ਤੋਂ ਬਾਅਦ 16 ਸਾਲ ਦਾ ਮੁੰਡਾ ਔਰ ਭਰ ਜਵਾਨੀ ਤੱਕ ਸਾਰੀਆਂ ਚੀਜ਼ਾਂ ਵਸ ਕਰਕੇ ਉਹ ਸ਼ਬਦ ਦੇ ਰਿਹਾ ਹੈ, ਇਸ ਗ੍ਰਹਿ ਮੇਂ ਕੋਈ ਜਾਗਤ ਹੈ, ਕੋਈ ਜਾਗਤ ਹੈ, ਇਸ ਗ੍ਰਹਿ ਮੇਂ ਕੋਈ ਜਾਗਤ ਹੈ, ਕੋਈ ਜਾਗਤ ਹੈ, ਸਾਬਤ ਵਸਤਿਓ ਆਪਣੀ ਲਹਿ, ਸਾਬਤ ਵਸਤਿਓ ਆਪਣੀ ਲਹਿ, ਇਸ ਗ੍ਰਹਿ ਮੇਂ ਕੋਈ ਜਾਗਤ ਹੈ, ਕੋਈ ਜਾਗਤ ਹੈ। ਕੌਣ ਜਾਗਿਆ? ਉਹਨਾਂ ਨੇ ਆਪਣਾ ਸਲੋਕ ਦਿੱਤਾ ਕਿ ਮੈਂ ਨਾ ਅੱਖਾਂ ਨੂੰ ਕੀ ਕਰਦਾ ਹਾਂ, ਅੱਖੀ ਵੱਜ ਦੇਖਣਾ ਜੱਗੀ, ਅੱਖੀ ਵੱਜ ਦੇਖਣਾ ਜੱਗੀ। ਅਭਿਆਸੀ ਨੂੰ ਇਹ ਲਾਈਨਾਂ ਯਾਦ ਕਰਨੀਆਂ ਪੈਣੀਆਂ, ਉਹਦੇ ਕੰਮ ਆਉਣ ਵਾਲੀਆਂ ਚੀਜ਼ਾਂ ਹੈ ਜਿਨ੍ਹਾਂ ਨੂੰ ਐਸ ਪਟੜੀ ਤੇ ਜੇ ਤੇ ਉਹ ਡੀਰੇਲ ਹੋਏ ਆ, ਸਾਨੂੰ ਉਹਨਾਂ ਦੀ ਪਰਵਾਹ ਨਹੀਂ ਹੈ। ਜਿਹੜੇ ਇਸ ਟਰੈਕ ਤੇ ਚੱਲਣ ਵਾਲੇ ਆ ਬੰਦੇ, ਨਾਮ ਜਪਣ ਵਾਲੇ, ਉਹਨਾਂ ਲਈ ਹੀਰੇ ਮੋਲ ਐਡਾ ਉੱਚਾ ਗਿਆਨ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਇਹਨਾਂ ਤੇ ਕੰਟਰੋਲ ਕਰ। ਅੱਖੀ ਵੱਜ ਦੇਖਣਾ ਜੱਗੀ ਸੁਣਾ, ਅੱਖੀ ਵੱਜ ਦੇਖਣਾ ਜੱਗੀ ਸੁਣਾ, ਪੈਰਾਂ ਬਾਝੋਂ ਚੱਲਣਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥੀ ਕਰਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥੀ ਕਰਨਾ, ਜੀਭੇ ਬਾਝੋਂ ਬੋਲਣਾ, ਜੀਭੇ ਬਾਝੋਂ ਬੋਲਣਾ, ਇਹੋ ਜੀਵਨ ਮਰਨਾ, ਜੀਵਨ ਬਾਝੋਂ ਬੋਲਣਾ, ਇਹੋ ਜੀਵਨ ਮਰਨਾ। ਅਖੀਰਲੀ ਤੁਕ ਲਾਈ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ। ਇਹਨਾਂ ਦੀ ਲਾਈਨ ਹੈ, ਉਹਨਾਂ ਦੇ ਗੁਰੂ ਦੀ ਲਾਈਨ ਹੈ, ਬਾਬੇ ਨਾਨਕ ਦੀ। ਵੀ ਹੁਕਮ ਕੀ ਸੀ? ਉਹਨਾਂ ਨੇ ਸਮਝਾਤਾ ਸੀ ਲੈਣੇ ਨੂੰ, ਬੱਚਿਆ ਇੱਕੋ ਨਾਮ ਹੀ ਹੁਕਮ ਹੈ, ਇੱਕੋ ਨਾਮ ਹੀ ਬੰਦਾ ਆਇਆ ਹੀ ਨਾਮ ਜਪਣ ਲਈ ਹੈ। ਇਸ ਕਰਕੇ ਇੱਕੋ ਨਾਮ ਹੁਕਮ ਹੈ। ਆਮ ਇਹਦਾ ਗਲਤ ਪਾਠ ਕਰ ਦਿੰਦੇ ਜਿੱਥੋਂ ਸਾਨੂੰ ਸਮਝ ਨਹੀਂ ਆਉਂਦੀ। ਨਾਨਕ ਸਤਿਗੁਰ ਦੀਆ ਬੁਝਾਏ ਜੀ, ਵੀ ਨਾਨਕ ਸਤਿਗੁਰ ਨਾਲ ਮੈਨੂੰ ਇਹ ਚੀਜ਼ ਬੁਝਾਤੀ ਨਹੀਂ। ਨਾਨਕ ਨੂੰ ਸਤਿਗੁਰੇ ਦੀਆ ਬੁਝਾਏ ਜੀ, ਇਹ ਰਾਰੇ ਨੂੰ ਸਿਹਾਰੀ ਹੈ, ਸਤਿਗੁਰ ਨਹੀਂ ਆਥੇ ਲੈ। ਆਹੋ ਅਸੀਂ ਛੋਟੇ ਛੋਟੇ ਚੀਜ਼ਾਂ ਜਿਨ੍ਹਾਂ ਦੀਆਂ ਅਣਗਹਿਲੀ 'ਚ ਭੁੱਲਾਂ ਹੋ ਰਹੀਆਂ ਹੈ, ਜਿਹਦੇ ਨਾਲ ਬਾਣੀ ਸਮਝ ਨਹੀਂ ਆਈ, ਅਸੀਂ ਨਾਨਕ ਸਤਿਗੁਰ ਦੀ ਵਡਿਆਈ ਕਰਦੇ ਨੇ ਵੀ ਨਾਨਕ ਸਤਿਗੁਰ, ਜਿਹੜਾ ਨਾਨਕ ਆ ਉਹੀ ਸਤਿਗੁਰ ਹੈ। ਵੀ ਨਾਨਕ ਸਤਿਗੁਰ ਦੀਆ ਬਜਾਏ ਜਿਹੜੀ ਆ ਸਾਰੀ ਸਿੱਖੀ ਇਸੇ 'ਚ ਪਈ ਹੈ ਵੀ ਨਾਨਕ ਸਤਿਗੁਰ ਦੀਆ, ਨਾਨਕ ਨਹੀਂ। ਉਹਨਾਂ ਦਾ ਤੇ ਆਪ ਹੀ, ਉਹਨਾਂ ਦਾ ਤੇ ਆਪਣਾ ਸ਼ਬਦ ਹੈ। ਔਰ ਸ਼ਬਦ ਸ਼ੁਰੂ ਹੁੰਦਾ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਪਹਿਲੇ ਮਹੱਲੇ ਦਾ ਸ਼ਬਦ ਹੋਵੇ ਔਰ ਆਪਣੇ ਆਪ ਨੂੰ ਸਤਿਗੁਰੂ ਕਹਿਣ। ਉਹ ਕਹਿੰਦੇ ਨਹੀਂ, ਮੇਰਾ ਉਹਦਾ ਸਤਿਗੁਰੂ ਹੈ, ਉਹਨੇ ਮੈਨੂੰ ਇਹ ਚੀਜ਼ ਬੁਝਾਤੀ। ਨਾਨਕ ਸਤੇ ਗੁਰੇ ਦੀਆ ਬੁਝਾਏ ਜੀਓ। ਉਹ ਬੁਝਾਇਆ ਕੀ ਸੀ? ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ। ਸਤਿਗੁਰੇ ਦੀਆ ਬੁਝਾਏ ਜੀਓ, ਸਤਿਗੁਰੂ ਦੀਆ ਬੁਝਾਏ ਜੀਓ, ਸਤਿਗੁਰੂ ਦੀਆ ਬੁਝਾਏ ਜੀਓ, ਸਤਿਗੁਰੇ ਦੀਆ ਬੁਝਾਏ ਜੀਓ। ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ
ਤੋੜਾ ਜਿੱਥੇ ਦਿੱਤਾ ਕਿ ਮੈਂ ਨਾ ਜਪ ਕਰਨਾ, ਨਾ ਤਪ ਕਰਨਾ, ਨਾ ਸੰਜਮ ਕਰਨਾ, ਨਾ ਮੈਂ ਕਰਮ ਜਾਣਦਾ, ਮੈਂ ਕੀ ਕਰਨਾ? ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ, ਨਾਮ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ। ਜੋ ਗੁਰੂ ਨਾਨਕ ਦਾ ਗੁਰੂ ਹੋ ਸਾਡਾ ਗੁਰੂ। ਅਬੇ ਨਾਨਕ ਕਹਿੰਦਾ ਮੇਰਾ ਗੁਰੂ ਬੰਦਾ ਨਹੀਂ। ਮੇਰਾ ਗੁਰੂ ਕੌਣ ਹੈ? ਗੁਰ ਪਰਮੇਸ਼ਰ ਨਾਨਕ ਭੇਟਿਆ। ਕਾਹਦੇ ਨਾਲ ਭੇਟਿਆ? ਸ਼ਬਦ ਨਾਲ ਨਹੀਂ, ਸ਼ਬਦ ਦੇ ਹੈ, ਦੱਦੇ ਨੂੰ ਸਿਆਰੀ ਹੈ। ਸ਼ਬਦ ਦੇ ਨਾਲ ਮੈਂ ਉਸ ਰੱਬ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜਪ ਜਪ ਕੇ ਤੇ ਉਹਨੂੰ ਭੇਟਿਆ। ਇਹ ਗੁਰ ਪਰਮੇਸ਼ਰ ਨਾਨਕ ਭੇਟਿਆ, ਸਾਚੇ ਸ਼ਬਦ ਨਾਮ ਜਪੇ ਅਸੀਂ ਉੱਦਾਂ ਜਪਣਾ ਹੈ। ਉਹ ਆਪ ਆਪਣੇ ਸ਼ਲੋਕ 'ਚ ਲਿਖਦੇ, ਇੱਕ ਆਖੈ ਸਰਬਤ ਪਾਖੈ ਹਰਿ ਵਰਦ ਦਿਨ ਰਾਤੇ, ਇੱਕ ਆਖੈ ਸਰਬਤ ਪਾਖੈ ਹਰਿ ਵਰਦ ਦਿਨ ਰਾਤੇ। दिन रात्रि करतो प्यार, निमख ना कीरे पिया। दिन रात्रि करतो प्यार, निमख ना कीरे पिया। कितना सख्त हो गया। निमख ना सतगुर किया ਉਹਦੀ सेवा नाम जपना। अगली तो काई संत सेवा कर पावन जाए, त्याग मान रखिया। संत सेवा कर पावन जाए, त्याग मान रखिया। वो संत सेवा की है जे दिन राती काम करने वाली संत की सेवा नहीं है। संत सेवा की है? पहली तो कह दिन राती सेवा कर पावन
सतगुर की तू सेवा नाम जप जप के कर गया, वो जिहड़ा मोहन है वो तेरे अंदर ही खड़ा हो जाना, बाहर नहीं तेन मिलना। ऐसी रहो दी तुक रिलेटिव लाई गुरु अर्जन पातशाह ना भी उन्हों का मोहन बिंदरा बन च ढूंढते सी जाके कि बिंदरा बन च साडा मोहन, सखियां उत्थे जाके रास पाउंदियां सी सब कुछ। आ हुण महाराज कृष्ण महाराज एडा वड्डा ज्ञानी पुरुष होया, उहदियां लीला बड़ियां मशहूर है। तो हुण महाराज कह रहे हैं जिहड़ा मेरा प्राण मोहन है वो मेरे प्राणों तो भी ज़्यादा प्यारा है, पर उन्होंने मैं अंदर अपने मान रहा, उन्होंने अपने अंदर मिलना, मैं बिंदरा बन च नहीं उस मोहन नूं मिलदा। रिलेटिव ज्ञान है, इस करके जिहड़ा साडा मोहन है वो रब है। इस करके मोहन प्राण हे मोहन प्राण मान रंगीला, मोहन प्राण रंगीला, हे मोहन प्राण मान रंगीला, प्राण मान रंगीला। किथे मानिए, किते जाइए दूर बिंदराबन की जब कितने उन्होंने मिलेगा। महाराज कमाल की तुक लाते गुरु अर्जन पातशाह, और जी सारी बाणी की मेजरिंग स्टिक है, इसे तुक ना ही सारी सारी बाणी खुलेगा है भी जो कुछ आएगा तेरे अंदर आएगा, बाहर नहीं आएगा। इस करके महाराज लाते ने बास लीला भी बड़ी मशहूर सी। मैं तो अंदर ही ओदियां लीला नहीं मानते, एडियां अंदर लीला मेरे हो रही पेख मोयो मन लीला, तो मैं वर्णन नहीं कर सकता। मिलवे की महिमा वर्णन साकू, नानक परे परीला, मिलवे की महिमा वर्णन साकू, नानक परे परीला। गुरु नानक ना ते कमाल ही करती, उन्हें कहा वाहो खसम तू वाहो, वाहो खसम तू वाहो, वाहो वाहो खसम तू वाहो, वाहो खसम तू वाहो। क्योंकि तेरे वर्गा बॉडी दे विच आर्टिफिशियल मसां किते हार्ट पाउण लगे, मसां किते आर्टिफिशियल बांदरां दियां कढ के ते बंदे दे पा दिंदे किडनीस। ऑर्गन जिहड़े इंटरनल ऑर्गन है वो किते हुण बदल लगे, पर ओहो जे नैचुरली बन सकदे जिद्दां ना रब ने सानू बना के दित्ती है बॉडी। इस करके महाराज कहंदा तू मैनू ते मेरी जिहड़ी रचना बॉडी दी इंटरनल ऑर्गनस दी और सारा मैनू इंसान बनाया है, ये खसम तेरे बगैर कोई यह जी चीज़ नहीं बन सकती। वाहो खसम तू वाहो, वाहो खसम तू वाहो, जिन राज रचना, जिन राज रचना हम किए, जिन राज रचना हम रब दे नाल गुरु नानक दा।
ਜਿੱਦਾਂ ਮਜ਼ਦੂਰਾਂ ਦੀਆਂ ਮਾਸਟਰ ਰੋਲ ਤੇ ਹਾਜ਼ਰੀਆਂ ਲੱਗਦੀਆਂ ਨਾ ਲੇਬਰ ਤੇ, ਇਹ ਹਾਜ਼ਰੀਆਂ ਜਦੋਂ ਉਹਨਾਂ ਨੂੰ ਤਨਖਾਹ ਮਿਲਦੀ ਆ ਫਿਰ ਕਈ ਲੇਬਰ ਝਗੜਦੇ ਆ, ਜੀ ਮੈਂ ਤੇ ਇੰਨੀ, ਮੇਰੀ ਤੇ ਆਹ ਹਾਜ਼ਰੀ ਨਹੀਂ ਲੱਗੀ। ਉਹ ਕਹਿੰਦੇ ਯਾਰ ਤੇਰੀ ਇੱਥੇ ਪੀ ਨਹੀਂ ਪਈ, ਪ੍ਰੈਜ਼ੈਂਟ ਨਹੀਂ ਪਈ ਮਾਸਟਰ ਰੋਲ ਦੇ ਉੱਤੇ, ਖਾਨਾ ਤੇਰਾ ਇੱਥੇ ਇਹਦਾ ਹੈ ਐਬਸੈਂਟ ਦਾ। ਕਹਿੰਦੇ ਜੀ ਨਹੀਂ ਮੈਂ ਉਦੋਂ ਕੰਮ ਕੀਤਾ। ਇਸ ਤਰ੍ਹਾਂ ਭਗਤ ਦਰਗਾਹ 'ਚ ਜਾ ਕੇ ਜਿੰਨੀ ਉਹ ਨਾਮ ਜਪਣ ਦੀ ਮਸ਼ੱਕਤ ਕਰਦੇ ਆ, ਉੱਥੇ ਰੱਬ ਨਾਲ ਪਿਆਰ ਨਾਲ ਕਹਿੰਦੇ ਸਾਡੀ ਆਹ ਤੇ ਹਾਜ਼ਰੀ ਲੱਗੀ। ਅਗਲੀ ਲਾਈਨ 'ਚ ਆ ਰਿਹਾ ਹੂਬਹੂ ਉਹ ਨਕਸ਼ਾ ਦਰਗਾਹ ਦਾ, ਜਿੱਥੇ ਮਹਾਰਾਜ ਕਹਿੰਦਾ ਮਸ਼ੱਕਤੇ ਲੈਣ ਮਜ਼ਦੂਰੀਆਂ ਮੰਗ ਮੰਗ ਖਸਮ ਦਰਾ। ਰੱਬ ਖੁਸ਼ ਹੁੰਦਾ, ਅੱਛਾ ਭਾਈ ਲੈ ਤੂੰ ਹੋਰ ਲੈ, ਟੁਕੜਾ ਲੈ, ਤੂੰ ਮੈਂ ਮਿਹਨਤ ਕੀਤੀ। ਉਹ ਕਹਿੰਦਾ ਮਸ਼ੱਕਤੇ ਲੈਣ ਮਜ਼ਦੂਰੀਆਂ, ਆਪਣੀ ਜੌਬ ਦੀ ਮਜ਼ਦੂਰੀ ਲੈਂਦੇ ਉੱਥੇ ਜਾ ਕੇ, ਔਰ ਉਹ ਲੈਣ ਮਜ਼ਦੂਰੀਆਂ ਮੰਗ ਮੰਗ ਖਸਮ ਦਰਾ ਹੋ। ਉੱਥੇ ਖਸਮ ਬੈਠਾ, ਉਹਨਾਂ ਕੋਲ ਮੰਗ ਮੈਂ ਆ ਗੁਰੂ ਨਾਨਕ ਦਾ ਨਕਸ਼ਾ ਸੀ, ਦਰਗਾਹ ਤੱਕ ਉਹਨਾਂ ਦੀ ਪਹੁੰਚ ਸੀ। ਵਾਹ ਖਸਮ ਸਾਹਿਬ ਜੀ ਨਾਲ ਤੇ ਬੋਲਾ ਹੀ ਬਣਾਤਾ। ਖੰਡੇ ਬਾਟੇ ਦੀ ਪੋਲ ਲੈ ਕੇ ਤੇ ਬੜੇ ਪੁੱਠੇ ਕਹਿਣ ਲੱਗੇ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਉਹ ਦਿਨ ਰਾਤ ਰਚਨਾ ਹਮ ਕੀਏ। ਕੌਣ ਸੀ? ਵਾਹ ਖਸਮ